ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੁਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਲਹਿ ਸੁਧ ਤੂਰਨ ਸੁਰ ਸਰਬ, ਚੜੇ ਬਿਮਾਨ ਭਿਆਨ। ਗੁਰ ਸੁਤ ਕੇ ਤਨ ਤਜਨ ਕੇ, ਆਏ ਮੰਗਲ ਠਾਨ। ਲਹਿ ਸੁਧ ਤੂਰਨ ਸੁਰ ਸਰਬ, ਚੜ੍ਹੇ ਬਿਬਾਨ ਭਿਆਨ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਯਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਯਾਮੀ ਸੁੱਖਾਂ ਦੇ ਸਾਗਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਦੇ ਇਸ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਹੋਈ ਹੈ। ਹਜੂਰ ਮਹਾਰਾਜ ਜੀ ਦੇ ਅੰਮ੍ਰਿਤਮਈ ਦਰਸ਼ਨ, ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ, ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ
ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਨੇ ਲੜੀਵਾਰ ਕਥਾ ਸੁਣੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਬਾਬਾ ਗੁਰਦਿੱਤਾ ਜੀ ਆਪਣੇ ਸਾਥੀਆਂ ਦੇ ਕਹਿਣ ਦੇ ਉੱਤੇ ਗਾਂ ਨੂੰ ਜੀਵਤ ਕੀਤਾ ਬਾਬਾ ਜੀ ਨੇ। ਉਹ ਪ੍ਰਸੰਗ ਕੱਲ ਆਪ ਜੀ ਨੇ ਸਰਵਣ ਕੀਤਾ। ਬੜੇ ਪਿਆਰ ਨਾਲ ਨਿੰਮ ਦੀ ਛੜੀ ਹੱਥ ਵਿੱਚ ਲੈ ਕੇ ਗਾਂ ਨੂੰ ਉੱਠਣ ਵਾਸਤੇ ਜਦੋਂ ਕਿਹਾ ਤੇ ਬਾਬਾ ਜੀ ਦੇ ਬਚਨ ਕਰਨ ਦੀ ਦੇਰ ਸੀ। ਸਾਧ ਸੰਗਤ ਜੀ ਗਾਂ ਉਸੇ ਵੇਲੇ ਹੀ ਉੱਠ ਕੇ ਸਾਧ ਸੰਗਤ ਜੀ ਪਹਿਲਾਂ ਵਾਂਗੂ ਘਾਹ ਚਰਨ ਲੱਗ ਪਈ। ਸਾਰੇ ਇੱਕਦਮ ਹੈਰਾਨ ਹੋ ਗਏ। ਗੁਰੂ ਪੁੱਤਰ ਦੀਆਂ ਜੈ ਜੈਕਾਰਾਂ ਕਰਨ ਲੱਗੇ। ਇੰਨੀ ਵੱਡੀ ਸਮਰੱਥਾ, ਕਿਸੇ ਮਰੇ ਹੋਏ ਨੂੰ ਜਿਉਂਦਾ ਕਰ ਦੇਣਾ। ਸਾਧ ਸੰਗਤ ਜੀ ਜੇ ਇਹ ਵੀ ਕਿਹਾ ਜਾਵੇ ਵੀ ਇਹ ਪਰਮੇਸ਼ਰ ਜਿੰਨੀ ਸਮਰੱਥਾ ਹੈ ਤੇ ਕੋਈ ਘੱਟ ਗੱਲ ਨਹੀਂ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਮਿਰਤਕ ਕੋ ਪਾਇਓ ਤਨ ਸਾਸਾ, ਬਿਛਰਤ ਆਨ ਮਿਲਾਇਆ। ਪਰਮੇਸ਼ਰ ਜੀ ਚਾਹੁਣ, ਸਤਿਗੁਰੂ ਜੀ ਚਾਹੁਣ ਤੇ ਮੁਰਦਿਆਂ ਦੇ ਅੰਦਰ ਵੀ ਸਾਹ ਪਾ ਕੇ ਤੇ ਸਾਧ ਸੰਗਤ ਜੀ ਉਹਨਾਂ ਨੂੰ ਜਿਉਂਦਾ ਕਰ ਸਕਦੇ ਹਨ। ਬਾਬਾ ਗੁਰਦਿੱਤਾ ਜੀ ਏਡੀ ਵੱਡੀ ਕਰਾਮਾਤ ਜਦੋਂ ਵਰਤ ਗਈ, ਆਪਦੇ ਸਾਥੀਆਂ ਸਮੇਤ ਵਾਪਸ ਆਏ ਆ। ਦੁਪਹਿਰ ਦਾ ਸਮਾਂ ਸੀ, ਪ੍ਰਸ਼ਾਦ ਪਾਣੀ ਛਕ ਕੇ ਆਰਾਮ ਕਰਨ ਲੱਗੇ ਤੇ ਸਾਧ ਸੰਗਤ ਜੀ ਉਸ ਸਮੇਂ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇ ਬਾਬਾ ਜੀ ਦਾ ਮੇਲਾ ਹੋਇਆ। ਬਾਬਾ ਗੁਰਦਿੱਤਾ ਜੀ ਨੇ ਨਮਸਕਾਰ ਕੀਤੀ ਤੇ ਪਤਾ ਲੱਗਾ ਵੀ ਪਿਤਾ ਜੀ ਸਾਡੇ ਤੋਂ ਖੁਸ਼ ਨਹੀਂ ਹਨ। ਮਹਾਰਾਜ ਨੇ ਉਪਦੇਸ਼ ਦਿੱਤਾ, ਤਾੜਨਾ ਵਾਲੇ ਬਚਨ ਵੀ ਕਹੇ ਕਿ ਐਡੀ ਵੱਡੀ ਸਮਰੱਥਾ ਜੇ ਤੁਸੀਂ ਜਰ ਜਾਂਦੇ ਤਾਂ ਚੰਗੀ ਗੱਲ ਸੀ। ਤੁਸੀਂ ਆਪਣੇ ਭਰਾ ਬਾਬਾ ਅਟਲ ਰਾਏ ਜੀ ਵੱਲ ਕਿਉਂ ਨਹੀਂ ਦੇਖਿਆ? ਪਰਮੇਸ਼ਰ ਦੇ ਪਿਆਰੇ ਕਦੀ ਉਹ ਕੰਮ ਨਹੀਂ ਕਰਦੇ ਜਿਹੜੇ ਗੁਰੂ ਨੂੰ ਤੇ ਰੱਬ ਨੂੰ ਕੰਮ ਚੰਗਾ ਨਾ ਲੱਗੇ। ਸਾਧ ਸੰਗਤ ਜੀ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ। ਸਾਡੇ ਕੋਲੋਂ ਐਸੇ ਬਹੁਤ ਕੰਮ ਹੁੰਦੇ ਆ ਜਿਹੜੇ ਨਾ ਸਤਿਗੁਰੂ ਜੀ ਨੂੰ ਹੀ ਚੰਗੇ ਲੱਗਦੇ ਤੇ ਨਾ ਪਰਮੇਸ਼ਰ ਨੂੰ ਚੰਗੇ ਲੱਗਦੇ। ਤੇ ਮਹਾਰਾਜ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ ਤੇ ਸਾਡੇ ਕੋਲੋਂ ਉਹ ਕੰਮ ਨਾ ਹੀ ਹੋਣ, ਇਹ ਮਹਾਰਾਜ ਸਾਡੇ ਤੇ ਕਿਰਪਾ ਕਰਨ। ਮਹਾਰਾਜ ਕਹਿਣ ਲੱਗੇ, ਰੱਬ ਦੇ ਪਿਆਰੇ ਆਪਣੇ ਸਰੀਰ ਤੇ ਵਿਪਤਾ ਸਹਿ ਲੈਂਦੇ ਆ, ਦੁੱਖ ਸਹਿ ਲੈਂਦੇ ਆ, ਪਰ ਕਰਾਮਾਤ ਨਹੀਂ ਦਿਖਾਉਂਦੇ। ਤੇ ਤੁਸੀਂ ਤਾਂ ਮੁਰਦਾ ਹੀ ਜਿਉਂਦਾ ਕਰ ਦਿੱਤਾ। ਬੜੇ ਬੜੇ ਬਾਦਸ਼ਾਹ, ਉਹਨਾਂ ਵੀ ਮਰਨਾ ਹੈ, ਉਹਨਾਂ ਦੇ ਬੱਚੇ ਵੀ ਮਰਦੇ ਆ। ਕੱਲ ਨੂੰ ਆਪਣੇ ਮਰਿਆਂ ਹੋਇਆਂ ਦੀਆਂ ਮੰਜੀਆਂ ਚੁੱਕ ਚੁੱਕ ਕੇ ਇੱਥੇ ਲੈ ਕੇ ਆਉਣਗੇ, ਕਹਿਣਗੇ ਜਿਉਂਦਾ ਕਰ ਦਿਓ। ਅਸੀਂ ਕਿਹਨੂੰ ਕਿਹਨੂੰ ਜਿਉਂਦੇ ਕਰਦੇ ਰਵਾਂਗੇ। ਤੇ ਮਹਾਰਾਜ ਨੇ ਫਿਰ ਇਹ ਵੀ ਬਚਨ ਕਰਤਾ ਬਾਬਾ ਗੁਰਦਿੱਤਾ ਜੀ ਨੂੰ ਵੀ ਇੱਕ ਮਿਆਨ ਵਿੱਚ ਹੁਣ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਬਾਬਾ ਜੀ ਨੂੰ ਮਹਾਰਾਜ ਨੇ ਬਚਨ ਕੀਤਾ, ਜਾਂ ਤਾਂ ਤੁਸੀਂ ਸਰੀਰ ਛੱਡ ਦਿਓ ਤੇ ਜਾਂ ਅਸੀਂ ਸਰੀਰ ਛੱਡ ਦਿੰਨੇ ਆ। ਬਾਬਾ ਜੀ ਨੇ ਜਦੋਂ ਇਹ ਬਚਨ ਸੁਣਿਆ, ਕੋਈ ਬਚਨ ਨਹੀਂ ਮੁਖੋਂ ਕਿਹਾ, ਆਪਣੇ ਹਿਰਦੇ ਵਿੱਚ ਵਿਚਾਰ ਕੀਤੀ, ਸਤਿਗੁਰੂ ਜੀ ਦੀ ਆਗਿਆ ਮੋੜਨੀ ਨਹੀਂ ਚਾਹੀਦੀ। ਮਹਾਰਾਜ ਗਰੀਬ ਨਵਾਜ ਜੀ ਦਾ ਹੁਕਮ ਹੈ, ਇਹ ਸਾਨੂੰ ਮੋੜਨਾ ਨਹੀਂ ਚਾਹੀਦਾ। ਸਾਧ ਸੰਗਤ ਜੀ ਉਸੇ ਵੇਲੇ ਨਮਸਕਾਰ ਕੀਤੀ। 3 ਪਰਿਕਰਮਾ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਕੀਤੀਆਂ ਤੇ ਧੰਨ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਆਪਣੇ ਹੱਥ 'ਚ ਨਿੰਮ ਦੀ ਛੜੀ ਲੈ ਕੇ ਸਾਧ ਸੰਗਤ ਜੀ ਉਹ ਉੱਪਰਲੇ ਪਾਸੇ ਗਏ ਆ, ਜਿੱਧਰ ਸਾਈਂ ਬੁੱਢਣ ਸ਼ਾਹ ਜੀ ਦਾ ਸਥਾਨ ਸੀ ਨਾ। ਬਾਬਾ ਬੁੱਢਾ ਸਾਹਿਬ ਜੀ, ਵਾਹਿਗੁਰੂ ਬਾਬਾ ਗੁਰਦਿੱਤਾ ਸਾਹਿਬ ਜੀ ਉਸ ਪਾਸੇ ਨੂੰ ਸਾਹਮਣੇ ਪਾਸੇ ਗਏ ਆ। ਨਿੰਮ ਦੀ ਛੜੀ ਰੁੱਖ ਦੇ ਰੂਪ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣੀ ਸੀ, ਅੱਜ ਵੀ ਉਹ ਹੈ। ਨਿੰਮ ਦੀ ਛੜੀ ਉੱਥੇ ਧਰਤੀ ਵਿੱਚ ਨੱਪ ਦਿੱਤੀ। ਆਪ ਸ੍ਰੀ ਬਾਬਾ ਗੁਰਦਿੱਤਾ ਸਾਹਿਬ ਜੀ ਸਾਧ ਸੰਗਤ ਜੀ ਚਾਦਰ ਉੱਪਰ ਲੈ ਕੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਸਰੀਰ ਤਿਆਗ ਗਏ ਹਨ।
ਇੱਕ ਖਿਨ ਲਾਇਆ ਬਾਬਾ ਜੀ ਨੇ ਸਰੀਰ ਤਿਆਗਣ ਲੱਗਿਆਂ। ਕੱਲ ਵੀ ਬੇਨਤੀ ਕੀਤੀ ਸੀ, ਅੱਜ ਵੀ ਕਹਿ ਕੇ ਫਿਰ ਅੱਗੋਂ ਪ੍ਰਸੰਗ ਤੋਰੀਏ। ਇਹ ਸਮਰੱਥਾ ਹਾਰੀ ਸਾਰੀ ਵਿੱਚ ਨਹੀਂ ਹੁੰਦੀ ਸਾਧ ਸੰਗਤ ਜੀ। ਕਿਸੇ ਪਹਿਲੀ ਗੱਲ, ਨਾ ਤੇ ਕੋਈ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ, ਨਾ ਕੋਈ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ, ਤੇ ਨਾ ਹੀ ਸਾਧ ਸੰਗਤ ਜੀ ਉਹ ਕੋਈ ਇਸ ਤਰ੍ਹਾਂ ਆਪਣਾ ਹੀ ਸਰੀਰ ਤਿਆਗ ਸਕਦਾ। ਅਸੀਂ ਜੀਵ ਕਰਮਾਂ ਦੇ ਬੱਝੇ ਹੋਏ ਹਾਂ। ਜਿਵੇਂ ਕੈਦੀ ਹੁੰਦੇ ਆ ਨਾ, ਤੇ ਜਿੰਨਾ ਚਿਰ ਤੱਕ ਕੈਦ ਪੂਰੀ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਉਹ ਕੈਦ ਵਿੱਚੋਂ ਬਾਹਰ ਨਹੀਂ ਆ ਸਕਦੇ। ਅਸੀਂ ਇਸੇ ਤਰ੍ਹਾਂ ਹਾਂ। ਕੈਦੀ ਆਪਣੀ ਮਰਜ਼ੀ ਨਾਲ ਜਦੋਂ ਚਾਹਵੇ ਨਾ ਉਹ ਬਾਹਰ ਨਹੀਂ ਆ ਸਕਦਾ, ਕਿਉਂਕਿ ਉਹ ਸਜ਼ਾ ਅਧੀਨ ਹੈ। ਅਸੀਂ ਕਰਮਾਂ ਦੇ ਬੱਝੇ ਹੋਏ ਹਾਂ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਇਹ ਜੀਵਨ ਰੂਪੀ ਕੈਦ ਛੁੱਟਦੀ ਹੈ, ਤਾਂ ਬੰਦਾ ਸਰੀਰ ਛੱਡਦਾ। ਕੈਦੀ ਆਪਣੀ ਮਰਜ਼ੀ ਨਾਲ ਕੈਦ ਵਿੱਚੋਂ ਬਾਹਰ ਨਹੀਂ ਆ ਸਕਦਾ। ਅਸੀਂ ਆਪਣੀ ਮਰਜ਼ੀ ਦੇ ਨਾਲ ਸਾਧ ਸੰਗਤ ਜੀ ਆਪ ਆਪਣਾ ਸਰੀਰ ਨਹੀਂ ਤਿਆਗ ਸਕਦੇ। ਕਈ ਜਿਹੜੇ ਆਤਮ ਹੱਤਿਆ ਕਰ ਲੈਂਦੇ ਆ ਨਾ, ਉਹਨਾਂ ਦੀਆਂ ਫਿਰ ਰੂਹਾਂ ਭਟਕਦੀਆਂ ਰਹਿੰਦੀਆਂ, ਉਹ ਦੁਖੀ ਰਹਿੰਦੇ ਆ। ਜਿੰਨਾ ਜਿਉਂਦਿਆਂ ਜੀ ਦੁਖੀ ਸਨ, ਮਰਨ ਤੋਂ ਬਾਅਦ ਉਹਦੇ ਤੋਂ ਵੱਧ ਫਿਰ ਦੁਖੀ ਹੁੰਦੇ ਆ। ਪਰ ਧੰਨ ਬਾਬਾ ਜੀ, ਬਾਬਾ ਗੁਰਦਿੱਤਾ ਸਾਹਿਬ ਜੀ ਬੜੇ ਹੀ ਪ੍ਰੇਮ ਦੇ ਨਾਲ, ਬੜੇ ਸਹਿਜ ਭਾਅ ਦੇ ਨਾਲ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸਰੀਰ ਤਿਆਗਿਆ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਲੇਹ ਸੁਧ ਤੂਰਨ ਸੁਰ ਸਰਬ, ਚੜੇ ਬਿਬਾਨ ਪਿਆਨ। ਲਹਿ ਸੁਧ ਤੂਰਨ ਸੁਰ ਸਰਬ। ਜਦੋਂ ਦੇਵਤਿਆਂ ਨੂੰ ਖਬਰ ਮਿਲ ਗਈ ਨਾ ਕਿ ਬਾਬਾ ਜੀ ਨੇ ਸਰੀਰ ਤਿਆਗ ਦਿੱਤਾ, ਤੇ ਜੇ ਥੋੜਾ ਜਿਹਾ ਧਿਆਨ ਦਈਏ ਤੇ ਬਾਬਾ ਜੀ ਦੀ ਉਮਰ ਵਿਚਾਰੀਏ ਵੀ ਬਾਬਾ ਗੁਰਦਿੱਤਾ ਜੀ ਦੀ ਉਮਰ ਉਦੋਂ ਕਿੰਨੀ ਕੁ ਸੀ। ਤੇ ਭਾਈ ਕਾਹਨ ਸਿੰਘ ਜੀ ਨਾਭਾ ਦੇ ਅਨੁਸਾਰ ਬਾਬਾ ਗੁਰਦਿੱਤਾ ਜੀ ਦੀ ਉਮਰ ਉਸ ਸਮੇਂ 25 ਸਾਲ ਸੀ। ਸਾਧ ਸੰਗਤ ਜੀ, 25 ਸਾਲ ਦਾ ਨੌਜਵਾਨ ਪੁੱਤਰ ਸਰੀਰ ਤਿਆਗ ਜਾਵੇ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। 25 ਸਾਲ ਉਮਰ ਸੀ ਉਸ ਸਮੇਂ ਬਾਬਾ ਗੁਰਦਿੱਤਾ ਸਾਹਿਬ ਜੀ ਦੀ, ਜਦੋਂ ਬਾਬਾ ਜੀ ਸਾਹਿਬ ਜੀ ਨੇ ਆਪ ਦਾ ਸਰੀਰ ਤਿਆਗਿਆ। ਸਾਧ ਸੰਗਤ ਜੀ, ਦੇਵਤਿਆਂ ਨੂੰ ਖਬਰ ਪਹੁੰਚੀ। ਦੇਵਤਿਆਂ ਨੂੰ ਉਸੇ ਵੇਲੇ ਤੁਰੰਤ ਹੀ ਖਬਰ ਹੋ ਜਾਂਦੀ ਹੈ। ਜਦੋਂ ਕੋਈ ਵੱਡੀ ਰੂਹ ਸਰੀਰ ਤਿਆਗੇ ਨਾ, ਤੇ ਦੇਵਤਿਆਂ ਨੂੰ ਤੁਰੰਤ ਹੀ ਖਬਰ ਹੋ ਜਾਂਦੀ ਹੈ। ਇੱਕ ਡਿਊਟੀ ਦੇਵਤਿਆਂ ਵੱਲੋਂ ਵੀ ਲੱਗੀ ਹੈ, ਉਹ ਬੜੇ ਧਿਆਨ ਨਾਲ ਸੁਣਿਓ। ਲਹਿ ਸੁਧ ਤੂਰਨ ਸੁਰ ਸਰਬ, ਚੜੇ ਬਿਮਾਨ ਭਿਆਨ। ਜਿੰਨੇ ਦੇਵਤੇ ਸਨ ਨਾ, ਉਹ ਸਾਰੇ ਹੀ ਦੇਵਤੇ ਰਲ ਕੇ ਤੇ ਬਾਬਾ ਜੀ, ਬਾਬਾ ਗੁਰਦਿੱਤਾ ਜੀ ਦੇ ਸੂਖਸ਼ਮ ਸਰੀਰ ਵਾਸਤੇ ਉਹਨਾਂ ਨੇ ਬਿਬਾਨ ਲਿਆ ਜੀ। ਕੁਝ ਰੱਬ ਦੇ ਘਰ ਦੀਆਂ ਖੇਡਾਂ ਨੇ, ਇਹਨਾਂ ਨੂੰ ਬੜੇ ਧਿਆਨ ਨਾਲ ਸੁਣਿਓ। ਸਰੀਰ ਦਾ ਵੱਖਰਾ ਬਿਬਾਨ ਹੁੰਦਾ ਹੈ, ਆਤਮਾ ਦਾ ਬਿਬਾਨ ਵੱਖਰਾ ਹੁੰਦਾ ਹੈ। ਜਿਹੜਾ ਸਰੀਰ ਹੈ ਨਾ, ਇਹਨੂੰ 4 ਜਣੇ ਮੋਢੇ ਲਾ ਕੇ ਲੈ ਜਾਂਦੇ ਆ। ਮਹਾਰਾਜ ਬਾਣੀ 'ਚ ਵੀ ਕਹਿੰਦੇ ਆ, ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਸਰੀਰ ਦਾ ਬਿਬਾਨ ਇਸ ਤਰੀਕੇ ਦਾ, ਪਰ ਜਿਹੜੀ ਸਾਡੀ ਆਤਮਾ ਦਾ ਬਿਬਾਨ ਹੈ ਨਾ, ਇਹਨੂੰ ਬੜੇ ਧਿਆਨ ਨਾਲ ਸੁਣਨਾ ਹੈ। ਸਤਿਗੁਰੂ ਬਾਣੀ ਵਿੱਚ ਕਿਰਪਾ ਕਰਕੇ ਦੱਸਦੇ ਆ ਕਿ ਜਿਹੜਾ ਮਨਮੁਖ ਹੈ, ਉਹਦੀ ਆਤਮਾ ਨੂੰ ਜਮਾਂ ਦੇ ਵਸ ਕਰ ਦਿੱਤਾ ਜਾਂਦਾ ਹੈ। ਸਜ਼ਾਵਾਂ ਦਿੰਦੇ ਹੋਏ ਉਹਦੀ ਆਤਮਾ ਨੂੰ ਲੈ ਕੇ ਜਾਂਦੇ ਹਨ। ਤੇ ਮਹਾਰਾਜ ਗੁਰਮੁਖਾਂ ਬਾਰੇ ਵੀ ਜ਼ਿਕਰ ਕਰਦੇ ਆ। ਮਹਾਰਾਜ ਕਹਿੰਦੇ ਆ, ਗੁਰਮੁਖਾਂ ਨੂੰ ਬੜੇ ਸਤਿਕਾਰ ਦੇ ਨਾਲ ਬਿਬਾਨ ਵਿੱਚ ਬਿਠਾ ਕੇ ਤੇ ਫਿਰ ਸੱਚਖੰਡ ਤੱਕ ਲੈ ਕੇ ਜਾਇਆ ਜਾਂਦਾ ਹੈ। ਆਤਮਾ ਦਾ ਵੀ ਸਫ਼ਰ ਹੈ, ਆਤਮਾ ਦਾ ਸਫ਼ਰ ਬੜਾ ਹੀ ਲੰਬਾ ਹੈ। ਅੱਜ ਜਿਹੜਾ ਆਪਾਂ ਬਾਬਾ ਗੁਰਦਿੱਤਾ ਜੀ ਦੇ ਦੋਵੇਂ ਹੀ ਸਫ਼ਰ ਸੁਣਦੇ ਆ,
ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਰੀਰ ਦਾ ਵੀ ਸਫ਼ਰ ਸੁਣਨਾ ਹੈ। ਬਾਬਾ ਜੀ ਦੇ ਸਰੀਰ ਦਾ ਅੰਤਮ ਸਫ਼ਰ ਕੀ ਸੀਗਾ, ਜਿਹਨੂੰ ਲੋਕ ਅੰਤਮ ਯਾਤਰਾ ਕਹਿੰਦੇ ਆ। ਤੇ ਬਾਬਾ ਗੁਰਦਿੱਤਾ ਜੀ ਦੀ ਆਤਮਾ ਦੀ ਅੰਤਮ ਜਿਹੜੀ ਯਾਤਰਾ ਹੈ ਨਾ ਸਾਧ ਸੰਗਤ ਜੀ, ਉਹ ਵੀ ਬੜੇ ਧਿਆਨ ਨਾਲ ਸੁਣਿਓ। ਦੇਵਤਿਆਂ ਨੂੰ ਖਬਰ ਪਹੁੰਚੀ ਬਾਬਾ ਜੀ ਸਰੀਰ ਤਿਆਗ ਗਏ ਹਨ। ਦੇਵਤੇ ਆਪੋ ਆਪਣੇ ਰਥਾਂ ਤੇ ਵਿਮਾਨਾਂ ਤੇ ਚੜ੍ਹੇ ਆ। ਇੱਕ ਬਹੁਤ ਸੋਹਣਾ ਵਿਮਾਨ ਦੇਵਤਿਆਂ ਨੇ ਬਾਬਾ ਗੁਰਦਿੱਤਾ ਜੀ ਵਾਸਤੇ ਤਿਆਰ ਕੀਤਾ। ਗੁਰ ਸੁਤ ਤੇ ਤਨ ਤਜਨ ਤੇ ਆਏ ਮੰਗਲ ਠਾਨ। ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ ਤੇ ਕੱਲੇ ਗੁਰੂ ਪੁੱਤਰ ਨਹੀਂ ਹਨ ਬਾਬਾ ਗੁਰਦਿੱਤਾ ਜੀ। ਇਹਨੂੰ ਬੜੇ ਧਿਆਨ ਨਾਲ ਸੁਣਿਓ। ਬਾਬਾ ਗੁਰਦਿੱਤਾ ਜੀ ਗੁਰੂ ਪਿਤਾ ਵੀ ਹਨ। ਗੁਰੂ ਹਰਿਰਾਏ ਸਾਹਿਬ ਜੀ ਦੇ ਪਿਤਾ ਵੀ ਹਨ। ਭਾਈ ਸੰਤੋਖ ਸਿੰਘ ਜੀ ਲਿਖਦੇ, ਦੇਵਤੇ ਮੰਗਲ ਕਰਦੇ ਹੋਏ, ਜੈ ਜੈਕਾਰ ਕਰਦੇ ਹੋਏ ਸਾਧ ਸੰਗਤ ਜੀ ਆਏ ਹਨ। ਚੌਪਈ ਜੈ ਜੈ ਮੁਖ ਤੇ ਸ਼ਬਦ ਉਚਾਰੇ। ਬਾਬਾ ਜੀ ਦੀ ਆਤਮਾ ਸਰੀਰ ਤੋਂ ਵੱਖ ਹੋ ਗਈ ਬਾਬਾ ਗੁਰਦਿੱਤਾ ਜੀ ਦੀ। ਦੇਵਤੇ ਜਿਹੜੇ ਆ ਨਾ ਉਹ ਜੈ ਜੈਕਾਰਾਂ ਕਰਨ ਦੇ ਆ। ਬਾਬਾ ਜੀ ਆਪ ਜੀ ਦੀ ਜੈ ਹੋਵੇ, ਆਪ ਜੀ ਦੀ ਜੈ ਹੋਵੇ। ਕੁਸਮ ਅੰਜੁਲ ਕੋ ਭਰ ਭਰ ਡਾਰੇ। ਤੇ ਫਿਰ ਪਤਾ ਕੀ ਕਰਦੇ ਆ, ਕੁਸਮਾਂ ਭਾਵ ਫੁੱਲ ਜਿਹੜੇ ਆ ਨਾ, ਬੁੱਕ ਭਰ ਭਰ ਕੇ ਫੁੱਲਾਂ ਦੀ ਵਰਖਾ ਕਰਦੇ ਬਾਬਾ ਜੀ ਦੇ ਉੱਤੇ ਜੀ। ਫੁੱਲਾਂ ਦੀ ਵਰਖਾ ਕਰਦੇ ਬਾਬਾ ਜੀ ਦੇ ਉੱਪਰ। ਅਨੇਕ ਅਪਸਰਾ ਹਰਖਤ ਨਾਚੈ। ਬਾਬਾ ਜੀ ਦੀ ਆਤਮਾ ਨੇ ਵਿਮਾਨ ਵਿੱਚ ਸੱਜਣਾ ਤੇ ਪਰਮੇਸ਼ਰ ਦੇ ਘਰ ਵੱਲੋਂ ਅਪਸਰਾਵਾਂ ਜਿਹੜੀਆਂ ਨਾ, ਇਹਨਾਂ ਦੀ ਡਿਊਟੀ ਲੱਗੀ ਹੈ। ਜਦੋਂ ਕੋਈ ਵੱਡੀ ਹਸਤੀ ਸਾਧ ਸੰਗਤ ਜੀ ਉਹਦੀ ਆਤਮਾ ਸੱਜਦੀ ਹੈ ਨਾ, ਤੇ ਅਪਸਰਾਵਾਂ ਅੱਗੇ ਨਿਰਤ ਕਰਦੀਆਂ ਹੋਈਆਂ ਜਾਂਦੀਆਂ ਹਨ। ਬਾਬਾ ਜੀ ਦੀ ਆਤਮਾ ਵਿਮਾਨ 'ਚ ਸੱਜ ਰਹੀ ਹੈ। ਬਾਬਾ ਗੁਰਦਿੱਤਾ ਜੀ ਦੀ ਅਪਸਰਾਵਾਂ ਅੱਗੇ ਨਿਰਤ ਕਰਦੀਆਂ ਹਨ। ਗਾਵੇਂ ਗੀਤ ਮਧੁਰ ਸੁਰ ਰਾਚੈ। ਤੇ ਬਾਬਾ ਗੁਰਦਿੱਤਾ ਜੀ ਦੀ ਜੈ ਜੈਕਾਰ ਦੇ ਗੀਤ ਗਾਉਂਦੀਆਂ ਹਨ। ਤੇ ਉਮਰ ਕਿੰਨੀ ਕੁ ਹੈ ਸਾਧ ਸੰਗਤ ਜੀ? ਬਾਬਾ ਜੀ ਦੀ ਉਮਰ ਉਦੋਂ 25 ਸਾਲ ਹੈ। ਹਾਂਜੀ। ਸਭਨ ਸੁਰਨ ਅਭਿਬੰਦਨ ਕੀਨ। ਜਿੰਨੇ ਦੇਵਤੇ ਆਏ ਉਹਨਾਂ ਦੇਵਤਿਆਂ ਨੇ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕੀਤੇ। ਵੱਡੇ ਵੱਡੇ ਦੇਵਤਿਆਂ ਨੇ ਆ ਕੇ ਬਾਬਾ ਗੁਰਦਿੱਤਾ ਜੀ ਨੂੰ ਮੱਥਾ ਟੇਕਿਆ ਜੀ। ਸਾਧ ਸੰਗਤ ਜੀ, ਕੌਣ ਹਨ ਬਾਬਾ ਗੁਰਦਿੱਤਾ ਜੀ? ਬਾਬਾ ਗੁਰਦਿੱਤਾ ਜੀ ਉਹ ਮਹਾਨ ਹਸਤੀ ਹਨ ਜਿਨ੍ਹਾਂ ਨੂੰ ਦੇਵਤੇ ਵੀ ਮੱਥਾ ਟੇਕਦੇ ਹਨ। ਹਾਂਜੀ। ਕਹਿਓ ਕਰਹੁ ਪ੍ਰਸਥਾਨ ਪਰਬੀਨ। ਤੇ ਦੇਵਤੇ ਆ ਕੇ ਨਾ ਬੜੇ ਪਿਆਰ ਨਾਲ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਕਿਰਪਾ ਕਰੋ ਤੇ ਹੁਣ ਆਪ ਜੀ ਵਿਮਾਨ ਵਿੱਚ ਸੱਜੋ ਤੇ ਸੱਚਖੰਡ ਨੂੰ ਚਾਲਾ ਪਾਵੋ। ਸਭ ਦੇਵਨ ਕੋ ਬੜ ਉਤਸ਼ਾਹੂ। ਜਿੰਨੇ ਵੱਡੇ ਵੱਡੇ ਦੇਵਤੇ ਸਨ ਸਾਰਿਆਂ ਨੂੰ ਉਤਸ਼ਾਹ ਸੀਗਾ ਜੀ। ਹਾਂਜੀ। ਸ਼ੁਭ ਆਗਮਨ ਜਾਣ ਕੈ ਪਾਹੂ। ਕਿਉਂ? ਉਹਨਾਂ ਨੂੰ ਪਤਾ ਹੈ ਵੀ ਇਹ ਆਗਮਨ ਬੜਾ ਸ਼ੁਭ ਹੈ। ਬਾਬਾ ਗੁਰਦਿੱਤਾ ਜੀ ਆਉਣਗੇ, ਸੱਚਖੰਡ ਵਿੱਚ ਜਾਣਗੇ, ਸਾਨੂੰ ਵੀ ਵਿਮਾਨ ਦੀ ਸੇਵਾ ਮਿਲੇਗੀ। ਹਾਂਜੀ। ਖਸ਼ਟਮ ਗੁਰ ਕੇ ਸੁਭਟ ਸਪੂਤ। ਤੇ ਦੇਵਤੇ ਪਤਾ ਕੀ ਗੱਲਾਂ ਕਰਦੇ ਆ? ਕਹਿੰਦੇ ਖਸ਼ਟਮ ਗੁਰ ਕੇ ਸੁਭਟ ਸਪੂਤ। ਛੇਵੇਂ ਪਾਤਸ਼ਾਹ ਦੇ ਯੋਧੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ। ਕਰਤਾਰਪੁਰ ਸਾਹਿਬ ਵਾਲੀ ਜੰਗ ਵਿੱਚ ਬਾਬਾ ਜੀ ਨੇ ਸੇਵਾ ਨਿਭਾਈ ਹੈ ਜੀ। ਮੁਹਾਂਦਰਾ ਇਨ ਬਿਨ ਗੁਰੂ ਹਰਗੋਬਿੰਦ ਸਾਹਿਬ ਵਾਲਾ, ਤੇ ਕੱਲਾ ਗੁਰੂ ਹਰਗੋਬਿੰਦ ਸਾਹਿਬ ਵਾਲਾ ਨਹੀਂ ਪਿਆਰਿਓ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਵਾਨੀ 'ਚ ਜਿਹੋ ਜਿਹਾ ਸਰੂਪ ਸੀ ਨਾ, ਵੈਸਾ ਹੀ ਸਰੂਪ ਬਾਬਾ ਗੁਰਦਿੱਤਾ ਜੀ ਦਾ ਸੀਗਾ ਜੀ। ਬਾਬਾ ਗੁਰਦਿੱਤਾ ਜੀ ਉਹ ਮਹਾਨ ਹਸਤੀ ਹਨ। ਜਦੋਂ ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਗਏ ਆ, ਧੰਨ ਬਾਬਾ ਗੁਰਦਿੱਤਾ ਜੀ ਨੇ ਸਾਈਂ ਬੁੱਢਣ ਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਦਰਸ਼ਨ ਦਿੱਤੇ ਹੈ ਜੀ। ਤੁਸੀਂ ਅੰਦਾਜ਼ਾ ਲਾਓ ਕਿ ਬਾਬਾ ਜੀ ਕਿੱਡੇ ਵੱਡੇ ਹੋਣਗੇ। ਜਦੋਂ ਬਾਬਾ ਸ਼੍ਰੀ ਚੰਦ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਦਰਸ਼ਨ ਕਰਦੇ ਨਾ, ਤੇ ਉਹ ਆਮ ਹੀ ਇੱਕ ਗੱਲ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਸਨ। ਉਹ ਕਹਿੰਦੇ ਸਨ, ਇਉਂ ਲੱਗਦਾ ਜਿਵੇਂ ਸਾਡੇ ਪਿਤਾ ਜੀ ਉਦਾਸੀਆਂ ਤੋਂ ਵਾਪਸ ਆਏ ਹੋਣ। ਤੁਹਾਡਾ ਚਿਹਰਾ ਮੂਹਰਾ ਸਾਡੇ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਦਾ। ਉਹ ਨੇ ਬਾਬਾ ਗੁਰਦਿੱਤਾ ਸਾਹਿਬ ਜੀ। ਸਾਧ ਸੰਗਤ ਜੀ, ਦੇਵਤੇ ਗੱਲਾਂ ਕਰਦੇ, ਬਚਨ ਕਰਦੇ ਆ ਕਿ ਬਾਬਾ ਗੁਰਦਿੱਤਾ ਜੀ
ਛੇਵੇਂ ਪਾਤਸ਼ਾਹ ਦੇ ਬੜੇ ਯੋਧੇ ਮਹਾਨ ਸਪੁੱਤਰ ਹਨ। ਸਪਤਮ ਗੁਰ ਕੋ ਪਿਤ ਮਤ ਪੂਤ। ਤੇ ਵੇਖੋ ਇਹ ਵੀ ਪਤਾ ਦੇਵਤਿਆਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਨਾ ਵੀ ਸਤਵੇਂ ਗੁਰੂ ਕਿਹਨਾਂ ਨੇ ਬਣਨਾ, ਤੇ ਦੇਵਤੇ ਆਪਸ ਵਿੱਚ ਬਚਨ ਕਰਦੇ ਆ। ਨਾਲੇ ਸਤਵੇਂ ਪਾਤਸ਼ਾਹ ਦੇ ਪਿਤਾ ਜੀ ਵੀ ਨੇ ਬਾਬਾ ਗੁਰਦਿੱਤਾ ਜੀ, ਤੇ ਗੁਰਬਾਣੀ ਪਿਤਾ ਦਾ ਬਹੁਤ ਸਤਿਕਾਰ ਕਰਦੀ ਜੀ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਪਿਤਾ ਪ੍ਰਧਾਨ ਬਾਣੀ ਵਿੱਚ ਲਿਖਿਆ ਜੀ। ਦੇਵਤੇ ਗੱਲਾਂ ਕਰਦੇ ਆ, ਬਚਨ ਕਰਦੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਗੁਰੂ ਹਰਿਰਾਏ ਸਾਹਿਬ ਜੀ ਦੇ ਪਿਤਾ ਹਨ। ਧੰਨ ਧੰਨ ਕਹਿ ਕਰ ਲੈ ਗਏ। ਬਾਬਾ ਜੀ ਦਾ ਸੂਖਸ਼ਮ ਸਰੀਰ ਫਿਰ ਬਿਬਾਨ ਦੇ ਵਿੱਚ ਸੱਜਿਆ। ਦੇਵਤੇ ਮੋਢਾ ਲਾ ਰਹੇ ਹਨ, ਧੰਨ ਬਾਬਾ ਗੁਰਦਿੱਤਾ ਜੀ, ਧੰਨ ਬਾਬਾ ਗੁਰਦਿੱਤਾ ਜੀ ਕਹਿੰਦੇ ਹੋਏ ਸਾਧ ਸੰਗਤ ਜੀ ਸੱਚਖੰਡ ਨੂੰ ਲੈ ਕੇ ਜਾ ਰਹੇ ਹਨ। ਸਾਜ ਆਰਤੀ ਦਰਸਤ ਭਏ। ਤੇ ਰਸਤੇ ਵਿੱਚ ਕਈ ਦੇਵਤੇ ਨਾ ਥਾਲ ਸਜਾ ਕੇ ਤੇ ਬਾਬਾ ਗੁਰਦਿੱਤਾ ਜੀ ਦੀ ਆਰਤੀ ਵੀ ਕਰਦੇ ਆ ਜੀ। ਆਰਤੀ ਕਰਦੇ ਹਨ ਬਾਬਾ ਗੁਰਦਿੱਤਾ ਜੀ ਦੀ। ਹਾਂਜੀ, ਸਭ ਸੁਰ ਗਮਨੇ ਜਾਏ ਪਿਸ਼ਾਰੀ। ਜਿੰਨੇ ਦੇਵਤੇ ਆ ਨਾ ਉਹ ਸਾਰੇ ਮਗਰ ਮਗਰ ਜਾ ਰਹੇ ਬਾਬਾ ਜੀ ਦੀ ਪਾਲਕੀ ਦੇ ਜੀ। ਹਾਂਜੀ, ਗੁਰ ਸੁਤ ਦਿਪ ਹੈ ਬਿਮਾਨ ਅਗਾਰੀ। ਤੇ ਸਤਿਗੁਰੂ ਜੀ ਦੇ ਸਪੁੱਤਰ ਧੰਨ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ, ਸਭ ਤੋਂ ਅੱਗੇ ਉਹਨਾਂ ਦਾ ਵਿਭਾਨ ਹੈ। ਦੇਵਤਿਆਂ ਵਿੱਚ ਵੀ ਵੱਡੀ ਵਡਿਆਈ ਹੈ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੀ। ਹਾਂਜੀ, ਤੇਜ ਸਹਿਤ ਸੂਰਜ ਜਨ ਜਾਈ। ਉਹ ਜਿਸ ਵਿਭਾਨ ਵਿੱਚ ਬਾਬਾ ਜੀ ਬੈਠੇ ਸਨ ਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉੱਥੇ ਚਾਨਣ ਹੀ ਚਾਨਣ ਸੀਗਾ। ਅੱਗੇ ਅੱਗੇ ਵਿਭਾਨ ਜਾ ਰਿਹਾ ਸੀ, ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਸੂਰਜ ਅੱਗੇ ਅੱਗੇ ਜਾ ਰਿਹਾ ਹੋਵੇ ਜੀ। ਹਾਂਜੀ, ਗੀਰਬਾਨ ਉਡਗਨ ਸਮੁਦਾਈ। ਤੇ ਦੇਵਤੇ ਸਭ ਤਾਰਿਆਂ ਦੀ ਤਰ੍ਹਾਂ ਲੱਗ ਰਹੇ ਸਨ। ਤੇ ਬਾਬਾ ਗੁਰਦਿੱਤਾ ਜੀ ਦਾ ਵਿਭਾਨ ਸੂਰਜ ਦੀ ਨਿਆਈ ਅੱਗੇ ਅੱਗੇ ਜਾ ਰਿਹਾ। ਸਾਧ ਸੰਗਤ ਕਿਉਂ ਨਹੀਂ ਚਾਨਣ ਹੋਏਗਾ? ਇਹ ਬਾਬਾ ਗੁਰਦਿੱਤਾ ਜੀ ਧੁਰ ਸੱਚਖੰਡ ਚੋਂ ਹੀ ਆਏ ਨੇ ਜੀ। ਸਤਿਗੁਰੂ ਜੀ ਦੇ ਪੁੱਤਰ ਬਣਨਾ ਤੇ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਪਿਤਾ ਬਣਨਾ, ਇਹ ਕੋਈ ਛੋਟੀ ਬਾਤ ਨਹੀਂ ਹੈ, ਇਹ ਬਹੁਤ ਵੱਡੀ ਬਾਤ ਹੈ। ਹਾਂਜੀ, ਜਹ ਕਹਿ ਸ਼ਕਤ ਸੁਰਨ ਕੀ ਜਾਵਨ। ਹੁਣ ਸਾਰੇ ਦੇਵਤਿਆਂ ਦੀ ਪਹੁੰਚ ਨਹੀਂ ਨਾ ਹੈਗੀ ਸੱਚਖੰਡ ਤੱਕ। ਕੋਈ ਬ੍ਰਹਮਪੁਰੀ ਤੱਕ ਟਿਕਿਆ, ਕੋਈ ਬਿਸ਼ਨਪੁਰੀ ਤੱਕ ਟਿਕਿਆ, ਕੋਈ ਸ਼ਿਵਪੁਰੀ ਤੱਕ ਟਿਕਿਆ, ਕੋਈ ਇੰਦਰਪੁਰੀ ਤੱਕ ਟਿਕਿਆ। ਜਿੱਥੇ ਜਿੱਥੇ ਤੱਕ ਕੋਈ ਦੇਵਤਾ ਜਾ ਸਕਦਾ, ਤਹਿ ਲਾਓ ਸਭ ਹਿਨ ਕੀਨ ਪੁਚਾਵਨ। ਉਥੋਂ ਉਥੋਂ ਤੱਕ ਉਹ ਬਾਬਾ ਜੀ ਦਾ ਵਿਭਾਨ ਚੁੱਕ ਕੇ ਨਾਲ ਅੱਗੇ ਜਾਂਦੇ ਸੇਵਾ ਕਰਦੇ ਹਨ। ਹਾਂਜੀ, ਕਰ ਕਰ ਬੰਧਨ ਹਟੇ ਪਿਸ਼ਾਰੀ। ਤੇ ਬਾਅਦ ਵਿੱਚ ਨਮਸਕਾਰ ਕਰਕੇ ਤੇ ਦੇਵਤੇ ਪਿੱਛੇ ਹੋ ਜਾਂਦੇ ਆ ਜੀ। ਹਾਂਜੀ, ਗੁਰ ਸੁਤ ਗਮਨਿਓ ਜਾਤ ਅਗਾਰੀ। ਇੱਕ ਬਾਬਾ ਗੁਰਦਿੱਤਾ ਜੀ ਹਨ ਜਿਨ੍ਹਾਂ ਦਾ ਵਿਭਾਨ ਅੱਗੇ ਜਾ ਰਿਹਾ। ਸਭ ਦੇਵਤੇ ਆਪੋ ਆਪਣੀਆਂ ਪੁਰੀਆਂ ਤੱਕ ਟਿਕ ਰਹੇ ਹਨ। ਸਭ ਸੁਰ ਪੁਰ ਕੋ ਹੇਰਤ ਜਾਏ। ਸਭ ਦੇਵ ਪੁਰੀਆਂ ਨੂੰ ਵੇਖਦੇ ਹੋਏ ਬਾਬਾ ਗੁਰਦਿੱਤਾ ਜੀ ਅੱਗੇ ਜਾ ਰਹੇ ਹਨ। ਸਾਧ ਸੰਗਤ ਜੀ, ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਇਹ ਆਤਮਾ ਦਾ ਸਫ਼ਰ ਹੈ, ਇਹ ਆਤਮਾ ਦੀ ਯਾਤਰਾ ਹੈ। ਹਰ ਇੱਕ ਦੀਆਂ ਦੋਵੇਂ ਹੀ ਯਾਤਰਾਵਾਂ ਹੁੰਦੀਆਂ। ਸਰੀਰ ਦੀ ਯਾਤਰਾ ਨੂੰ ਅੰਤਮ ਯਾਤਰਾ ਕਹਿੰਦੇ ਆ, ਪਰ ਇੱਕ ਆਤਮਾ ਦੀ ਵੀ ਯਾਤਰਾ ਹੈ। ਤੇ ਬਾਬਾ ਜੀ ਦੀ ਆਤਮਾ ਦੀ ਯਾਤਰਾ ਦੇਖੋ, ਦੇਵਤੇ ਉਹਨਾਂ ਦੀ ਪਾਲਕੀ ਨੂੰ ਮੋਢਾ ਲਾ ਰਹੇ ਹਨ। ਹਾਂਜੀ, ਅਤ ਆਨੰਦ ਕੋ ਹਿਰਦੇ ਸਮਾਏ। ਬਾਬਾ ਜੀ ਫਿਰ ਸਾਧ ਸੰਗਤ ਜੀ ਉਹ ਪੁਰੀਆਂ ਨੂੰ ਦੇਖਦੇ ਆ ਨਾ ਦੇਵਤਿਆਂ ਦੀ, ਤੇ ਬਹੁਤ ਆਨੰਦ ਵਿੱਚ ਆਉਂਦੇ ਹਨ। ਪੁੰਨ ਗੁਰਪੁਰ ਲਓ ਪਹੁੰਚਿਓ ਜਾਈ। ਤੇ ਫਿਰ ਗੁਰਪੁਰ ਪਹੁੰਚੇ ਜੀ। ਆਖੋ ਵਾਹਿਗੁਰੂ। ਸਿੱਖ ਨੇ ਗੁਰਪੁਰੀ ਪਿਆਨਾ ਕਰਨਾ ਜੀ, ਉਹਨੇ ਗੁਰੂ ਦੀ ਪੁਰੀ 'ਚ ਪਹੁੰਚਣਾ। ਧੰਨ ਬਾਬਾ ਗੁਰਦਿੱਤਾ ਜੀ ਉਸ ਪੁਰੀ 'ਚ ਪਹੁੰਚੇ ਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਹਨ ਜੀ, ਜਿਹਨੂੰ ਆਪਾਂ ਕਹਿੰਦੇ ਆ ਸੱਚਖੰਡ ਵਸੈ ਨਿਰੰਕਾਰ। ਹਾਂਜੀ, ਮਿਲੇ ਸਬਨ ਸੋ ਬੰਧਨ ਗਾਈ। ਤੇ ਜਦੋਂ ਬਾਬਾ ਜੀ ਪਹੁੰਚੇ ਹਨ, ਪੁੰਨ ਗੁਰਪੁਰ ਲੋ ਪਹੁੰਚਿਓ ਜਾਈ, ਮਿਲੇ ਸਬਨ ਸੋ ਬੰਧਨ ਗਾਈ। ਉੱਥੇ ਵੱਡੀਆਂ ਵੱਡੀਆਂ ਹਸਤੀਆਂ ਬੈਠੀਆਂ ਸੱਚਖੰਡ 'ਚ। ਜਦੋਂ ਬਾਬਾ ਜੀ ਉੱਥੇ ਪਹੁੰਚੇ, ਸਾਰੇ ਉੱਠ ਕੇ ਖਲੋਤੇ ਐ, ਨਮਸਕਾਰ ਕੀਤੀ ਹੈ। ਕਿਉਂ?
ਇੱਕ ਤਾਂ ਬਾਬਾ ਗੁਰਦਿੱਤਾ ਜੀ ਗੁਰੂ ਪੁੱਤਰ ਹਨ, ਦੂਸਰੇ ਗੁਰੂ ਪਿਤਾ ਹਨ। ਅਚੁੱਤ ਪਦ ਮੈਂ ਜਾਏ ਬਿਰਾਜੇ। ਅਟਲ ਪਦਵੀ ਵਿੱਚ ਫਿਰ ਬਾਬਾ ਜੀ ਜਾ ਕੇ ਬਿਰਾਜ ਗਏ। ਬਾਬਾ ਗੁਰਦਿੱਤਾ ਜੀ, ਕੁਝ ਐਸੇ ਸਰੀਰ ਹੁੰਦੇ ਆ ਜਿਨ੍ਹਾਂ ਨੂੰ ਮੁੜ ਜਨਮ ਲੈਣਾ ਪੈਂਦਾ ਹੈ, ਪਰ ਇੱਕ ਅਟਲ ਪਦਵੀ ਹੈ। ਸਾਧ ਸੰਗਤ ਜੀ, ਜਦੋਂ ਮਰਜ਼ੀ ਆਉਣ ਤੇ ਜਦੋਂ ਮਰਜ਼ੀ ਜਾਣ ਜੀ, ਉਸ ਅਟਲ ਪਦਵੀ ਦੇ ਵਿੱਚ ਬਾਬਾ ਜੀ ਬਿਰਾਜ ਗਏ। ਜਿਨ ਕੇ ਨਾਮ ਲੇਤ ਅਗ ਭਾਜੇ। ਹਾਂਜੀ, ਇਤ ਕੀਰਤਪੁਰ ਮਹਿ ਜੇ ਦਾਸ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਿੱਖੋ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਨਾਮ ਬਹੁਤ ਪਵਿੱਤਰ ਹੈ। ਬਾਬਾ ਜੀ ਦਾ ਨਾਮ ਲਿਆ ਵੀ ਪਾਪ ਦੂਰ ਹੁੰਦੇ ਹੈ। ਨਾਮ ਲਿਆ ਪਾਪ ਦੂਰ ਹੁੰਦੇ। ਜਦੋਂ ਬਾਬਾ ਜੀ ਦਾ ਆਗਮਨ ਹੋਇਆ ਨਾ ਭਾਈ ਕੀ ਡਰੌਲੀ ਦੇ ਵਿੱਚ, ਤੇ ਮਾਤਾ ਗੰਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਨਾਮ ਕੀ ਰੱਖਣਾ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੇ ਦਿੱਤੇ ਹੈ, ਇਸ ਕਰਕੇ ਇਹਨਾਂ ਦਾ ਨਾਮ ਗੁਰਦਿੱਤਾ ਰੱਖਣਾ ਹੈ, ਵੀ ਗੁਰੂ ਸਾਹਿਬ ਨੇ ਸਾਨੂੰ ਇਹ ਦਿੱਤਾ। ਤੇ ਬਾਬਾ ਜੀ ਦਾ ਨਾਮ ਲਿਆ ਭਾਈ ਸੰਤੋਖ ਸਿੰਘ ਕਹਿੰਦੇ ਦੁੱਖ ਦੂਰ ਹੁੰਦੇ ਆ। ਇਤ ਕੀਰਤਪੁਰ ਮਹਿ ਜੇ ਦਾਸ। ਹੁਣ ਇਧਰ ਕੀਰਤਪੁਰ ਸਾਹਿਬ ਦੀ ਕਥਾ ਸੁਣੋ। ਇਹ ਤੁਸੀਂ ਵੀ ਸੱਚਖੰਡ ਕਿਵੇਂ ਗਏ। ਹੁਣ ਕੀਰਤਪੁਰ ਸਾਹਿਬ ਦੀ ਕਥਾ ਸੁਣੋ। ਜਿੰਨੇ ਸੇਵਕ ਦਾਸ ਕੀਰਤਪੁਰ ਸਾਹਿਬ ਵਿੱਚ ਸਨ, ਸੇਵਾ ਹੇਤ ਰਹਿਤ ਨਿਤ ਪਾਸ। ਜਿਹੜੇ ਬਾਬਾ ਜੀ ਦੀ ਸੇਵਾ ਵਿੱਚ ਰਹਿੰਦੇ ਸਨ। ਕਈ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ 'ਚ ਰਹਿੰਦੇ ਸੀ, ਤੇ ਕਈ ਸੇਵਾਦਾਰ ਬਾਬਾ ਗੁਰਦਿੱਤਾ ਜੀ ਦੀ ਸੇਵਾ 'ਚ ਰਹਿੰਦੇ ਸੀ। ਜਿਹੜੇ ਬਾਬਾ ਗੁਰਦਿੱਤਾ ਜੀ ਦੀ ਸੇਵਾ ਵਿੱਚ ਰਹਿੰਦੇ ਸਨ, ਲੱਗੇ ਬਿਲੋਕਨ ਦ੍ਰਿਸ਼ਟ ਨਾ ਆਵੇ। ਉਹ ਵੇਖਣ ਲੱਗੇ ਵੀ ਬਾਬਾ ਜੀ ਕਿੱਥੇ ਗਏ ਆ, ਬਾਬਾ ਜੀ ਆਪਣੇ ਆਸਣ ਤੇ ਨਜ਼ਰ ਨਹੀਂ ਆ ਰਹੇ। ਇਤ ਉਤ ਖੋਜਤ ਕਹੂ ਨਾ ਪਾਵੇ। ਘਰ ਦੇ ਵਿੱਚ ਉਹਨਾਂ ਨੇ ਦੇਖਿਆ, ਇੱਧਰ ਉੱਧਰ ਦੇਖਿਆ, ਪਰ ਕਿਤੇ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਦਰਸ਼ਨ ਨਹੀਂ ਹੋ ਰਹੇ। ਬੂਝਤ ਵਿਚਰਤ ਜਹ ਕਹਿ ਜਾਏ। ਉਹ ਫਿਰ ਵਿਚਰਦੇ ਆ ਕੀਰਤਪੁਰ ਸਾਹਿਬ 'ਚ, ਇੱਧਰ ਉੱਧਰ ਜਾਂਦੇ ਆ, ਪੁੱਛਦੇ ਆ ਤੁਸੀਂ ਬਾਬਾ ਜੀ ਦੇ ਦਰਸ਼ਨ ਕੀਤੇ ਆ, ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕੀਤੇ ਆ? ਹਾਂਜੀ। ਜਿਨਹੋਂ ਪਿਖੇ ਤਿਨ ਦੀਨ ਬਤਾਏ। ਤੇ ਜਿਨ੍ਹਾਂ ਦੇਖਿਆ ਸੀ ਨਾ, ਉਹਨਾਂ ਨੇ ਫਿਰ ਦੱਸਿਆ ਉਹਨਾਂ ਸੇਵਾਦਾਰਾਂ ਨੂੰ। ਪੁਰ ਤੇ ਵਹਿਰ ਗਏ ਗਿਰ ਔਰ। ਕਿ ਬਾਬਾ ਜੀ ਨਗਰ ਤੋਂ ਬਾਹਰ ਨੂੰ ਜਾ ਰਹੇ ਸੀ ਤੇ ਸਾਹਮਣੀ ਪਹਾੜੀ ਨੂੰ ਚੜ ਰਹੇ ਸਨ। ਏਕਾਕੀ ਸਭ ਸੰਗੀ ਸ਼ੋਰ। ਪਰ ਜਦੋਂ ਬਾਬਾ ਜੀ ਜਾ ਰਹੇ ਸਨ ਤੇ ਬਾਬਾ ਜੀ ਇਕੱਲੇ ਸਨ, ਕੋਈ ਨਾਲ ਸੇਵਾਦਾਰ ਨਹੀਂ ਸੀ ਬਾਬਾ ਜੀ ਦੇ। ਸੁਨਤ ਦਾਸ ਹਿਤ ਸੇਵਾ ਧਾਏ। ਉਹ ਫਿਰ ਦਾਸ ਸੁਣ ਕੇ ਉਸੇ ਵੇਲੇ ਹੀ ਭੱਜੇ ਉਧਰ, ਵੀ ਬਾਬਾ ਜੀ ਤੇ ਸਾਨੂੰ ਉਡੀਕਦੇ ਹੋਣਗੇ, ਬਾਬਾ ਜੀ ਦੀ ਸੇਵਾ ਕਰਨੀ ਹੈ। ਤੇ ਸਾਧ ਸੰਗਤ, ਕਿਹਨੂੰ ਪਤਾ ਸੀ ਵੀ ਤੁਸੀਂ ਜਿਨ੍ਹਾਂ ਦੀ ਸੇਵਾ ਨੂੰ ਲੋਚ ਰਹੇ ਹੋ ਉਹ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ। ਸਾਰੇ ਦਾਸ ਇਹੋ ਸੋਚ ਰਹੇ ਸਨ। ਹਾਂਜੀ, ਹਮ ਹੋ ਪ੍ਰਤੀਖਤ ਹਵੈ ਕਿਤ ਥਾਏ। ਵੀ ਛੇਤੀ ਚੱਲੀਏ ਤੇ ਬਾਬਾ ਜੀ ਸਾਨੂੰ ਉਡੀਕ ਰਹੇ ਹੋਣਗੇ। ਹਾਂਜੀ, ਇਤਹੂ ਗਏ ਸੋ ਬੂਝਤ ਦਾਸ। ਤੇ ਸੇਵਾਦਾਰ ਪੁੱਛਦੇ ਵੀ ਸਾਨੂੰ ਚੰਗੀ ਤਰ੍ਹਾਂ ਦੱਸੋ ਬਾਬਾ ਜੀ ਕਿਸ ਪਾਸੇ ਗਏ ਹਨ। ਚੜੇ ਉਤੰਗ ਥਾਨ ਤਿਸ ਪਾਸ। ਉਹ ਦੱਸਦੇ ਵੀ ਉਹ ਸਾਹਮਣੇ ਜਿਹੜੀ ਉੱਚੀ ਥਾਂ ਹੈ ਨਾ, ਉਸ ਪਾਸੇ ਨੂੰ ਗਏ ਹਨ। ਹੁਣ ਵੀ ਕੀਰਤਪੁਰ ਸਾਹਿਬ ਦੇ ਸਾਹਮਣੇ ਹੀ ਉਹ ਪਹਾੜੀ ਹੈ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ। ਵਿੱਚ ਭਾਵੇਂ ਵੱਡਾ ਰੋਡ ਹੈ। ਹੁਣ ਉਹ ਕਹਿੰਦੇ ਸਾਹਮਣੀ ਪਹਾੜੀ ਤੇ ਗਏ ਹਨ। ਜਾਏ ਬਿਲੋਕੋ ਪੌੜਨ ਕਰੇ। ਫਿਰ ਪੜੋ, ਜਾਏ ਬਿਲੋਕੋ ਪੌੜਨ ਕਰੇ। ਜਦੋਂ ਉਹਨਾਂ ਨੇ ਦੇਖਿਆ ਤੇ ਸਾਧ ਸੰਗਤ ਜੀ ਉਹ ਕੀ ਵੇਖਦੇ ਆ, ਬਾਬਾ ਗੁਰਦਿੱਤਾ ਜੀ ਧਰਤੀ ਤੇ ਲੰਮੇ ਪਏ ਹੋਏ ਹਨ। ਹਾਂਜੀ, ਕਹਾਂ ਕੀਨ ਅਵਨੀ ਪਰ ਪਰੇ। ਉਹ ਸੇਵਾਦਾਰ ਕਹਿੰਦੇ ਵੀ ਕੀ ਗੱਲ ਹੋ ਗਈ, ਬਾਬਾ ਜੀ ਧਰਤੀ ਤੇ ਲੰਮੇ ਪਏ ਆ, ਕਿਹੜੀ ਗੱਲ ਹੋ ਗਈ ਇਸ ਤਰ੍ਹਾਂ ਲੰਮੇ ਪਏ? ਕੋਈ ਸੇਵਾਦਾਰ ਵੀ ਨਾਲ ਨਹੀਂ ਲਿਆ। ਸਦਨ ਪਰਯੰਕ ਸ਼ੋਰ ਕਰ ਆਏ। ਹਮ ਕਿਸਹੂ ਕੋ ਸੰਗ ਨਾ ਲਿਆਏ। ਘਰ ਦਾ ਪਲੰਘਾ ਛੱਡ ਕੇ ਤੇ ਧਰਤੀ ਤੇ ਆ ਕੇ ਲੰਮੇ ਪੈ ਗਏ ਬਾਬਾ ਜੀ, ਸਾਨੂੰ ਵੀ ਨਾਲ ਨਹੀਂ ਲੈ ਕੇ ਗਏ। ਹਾਂਜੀ, ਕਰ ਤੁਰੰਤਾ ਨਿਕਟ ਸੋ ਜਾਏ। ਫਿਰ ਬੜੀ ਛੇਤੀ ਕਰਕੇ ਨਾ ਤੇ ਸ੍ਰੀ ਬਾਬਾ ਗੁਰਦਿੱਤਾ ਜੀ ਦੇ ਕੋਲ ਉਹ ਸੇਵਾਦਾਰ ਗਏ। ਲੱਗੇ ਬਿਲੋਕਨ ਸਵਾਸ ਨਾ ਆਏ। ਤੇ ਫਿਰ ਨੇੜੇ ਹੋ ਕੇ ਕੀ ਵੇਖਦੇ, ਕੁਝ ਸਮਾਂ ਬੈਠੇ ਵੀ ਹੁਣੇ ਉੱਠਦੇ ਬਾਬਾ ਜੀ।
ਫਿਰ ਧਿਆਨ ਨਾਲ ਜਦੋਂ ਸਰੀਰ ਨੂੰ ਵੇਖਣ ਦੇ ਤੇ ਸਰੀਰ 'ਚ ਸਾਹ ਨਹੀਂ ਸੀ ਚੱਲ ਰਹੇ ਜੀ। ਫਿਰ ਗੌਰ ਨਾਲ ਵੇਖਿਆ ਵੀ ਸਾਹ ਚੱਲ ਰਹੇ ਹੁਣ, ਨਹੀਂ ਸੀ ਚੱਲ ਰਹੇ। 25 ਸਾਲ ਦੀ ਉਮਰ ਸੀ ਉਦੋਂ ਬਾਬਾ ਗੁਰਦਿੱਤਾ ਜੀ ਦੀ ਜੀ, ਭਰ ਜਵਾਨੀ ਦੀ ਉਮਰ ਦੀ। ਹਾਂਜੀ, ਬਿਸਮੇ ਬਹਰੋ ਹਾਥ ਲਗਾਇਓ। ਉਹ ਫਿਰ ਹੈਰਾਨ ਹੋ ਗਏ ਜੀ। ਫਿਰ ਸੇਵਾਦਾਰਾਂ ਨੇ ਸਹਿਜੇ ਸਹਿਜੇ ਨਾ ਜੀ ਬਾਬਾ ਜੀ ਦੇ ਸਰੀਰ ਨੂੰ ਹੱਥ ਲਾਇਆ। ਚਰਨ ਪਲੋਟਤ ਚਹਤ ਜਗਾਇਓ। ਤੇ ਸਰੀਰ ਨੂੰ ਕਿੱਥੇ ਹੱਥ ਲਾਇਆ? ਬਾਬਾ ਜੀ ਦੇ ਚਰਨਾਂ ਨੂੰ ਹੱਥ ਲਾਇਆ ਜੀ। ਤਲੀ ਝੱਸਦੇ ਆ ਵੀ ਬਾਬਾ ਜੀ ਜਾਗਣ, ਉੱਠਣ, ਸੁਚੇਤ ਹੋਣ। ਹਾਂਜੀ, ਨਿਸ਼ਚੈ ਭਈ ਜਬੈ ਉਰ ਮਾਹੀ। ਹਾਂਜੀ, ਧਾਏ ਆਏ ਇੱਕ ਸਤਿਗੁਰ ਪਾਹੀ। ਤੇ ਪਿਆਰਿਓ ਫਿਰ ਸੇਵਾਦਾਰਾਂ ਨੂੰ ਨਿਸ਼ਚਾ ਹੋ ਗਿਆ ਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ ਹਨ। ਉਹ ਸੇਵਾਦਾਰਾਂ ਦੇ ਉਸੇ ਵੇਲੇ ਹੀ ਨੇਤਰਾਂ 'ਚ ਨੀਰ ਵਗਣ ਲੱਗ ਪਿਆ, ਕਿਉਂਕਿ ਬਾਬਾ ਜੀ ਪਿਆਰ ਹੀ ਇੰਨਾ ਜ਼ਿਆਦਾ ਕਰਦੇ ਆ। ਤੇ ਬਸ ਫਿਰ ਕੀ ਸੀ, ਧਾਏ ਆਏ ਇੱਕ ਸਤਿਗੁਰ ਪਾਹੀ। ਇੱਕ ਸਿੱਖ ਭੱਜਿਆ ਹੀ ਆਇਆ ਜੀ, ਉਹ ਰਸਤੇ 'ਚ ਰੁਕਿਆ ਨਹੀਂ ਕਿਤੇ, ਭੱਜਿਆ ਹੀ ਆਇਆ ਉਸ ਪਾਸੇ ਜਿੱਥੇ ਸ਼ਹਿਨਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਜੀ। ਹਾਂਜੀ, ਉੱਚੀ ਕੂਕ ਨਿਕਟ ਹੋਏ ਮਾਰੀ। ਮਹਾਰਾਜ ਦੇ ਨੇੜੇ ਹੋ ਕੇ ਉਹਦੇ ਕੋਲ ਬੋਲਿਆ ਨਾ ਗਿਆ। ਕਿਵੇਂ ਸੰਦੇਸ਼ ਦੱਸੇ ਸਤਿਗੁਰੂ, ਤੁਹਾਡਾ ਨੌਜਵਾਨ ਪੁੱਤਰ ਸਰੀਰ ਤਿਆਗ ਗਏ, ਕਿਵੇਂ ਦੱਸਣ? ਉਹਦੇ ਕੋਲ ਬੋਲਿਆ ਨਾ ਗਿਆ। ਸਾਧ ਸੰਗਤ ਜੀ, ਸਿੱਖ ਦੀ ਭੁੱਬ ਨਿਕਲ ਗਈ ਜੀ ਉੱਥੇ ਜੀ। ਹਾਂਜੀ, ਨਿਕਸੀ ਨੈਣਨ ਤੇ ਜਲ ਧਾਰੀ। ਭੁੱਬ ਨਿਕਲ ਗਈ ਤੇ ਨੇਤਰਾਂ ਦੇ ਵਿੱਚੋਂ ਤ੍ਰਿਬਕ ਤ੍ਰਿਬਕ ਕਰਦੇ ਹੰਝੂ ਡਿੱਗਣ ਲੱਗ ਪਏ ਜੀ। ਹਾਂਜੀ, ਬੂਝਨ ਕੀਨ ਕਹਾਂ ਤੁਝ ਭਇਓ। ਤੇ ਮਹਾਰਾਜ ਗਰੀਬ ਨਵਾਜ ਜਾਣੀ ਜਾਣ ਪੁੱਛਦੇ ਆ। ਮਹਾਰਾਜ ਕਹਿੰਦੇ ਸਿੱਖਾ ਕੀ ਗੱਲ ਹੈ? ਹਾਂਜੀ, ਕਿਉਂ ਰੋਦਨ ਤੁਮ ਐਸੇ ਕੀਓ। ਤੂੰ ਭੁੱਬਾਂ ਮਾਰ ਮਾਰ ਰੋ ਰਿਹਾ, ਨੇਤਰਾਂ ਚੋਂ ਤਰਬਕ ਤਰਬਕ ਕਰਦਾ ਤੇਰੇ ਜਲ ਵਹਿ ਰਿਹਾ, ਤੂੰ ਰੋ ਕਿਉਂ ਰਿਹਾ? ਸੁਨ ਗੁਰ ਤੇ ਬੋਲਿਓ ਤਬ ਦਾਸ। ਤੇ ਉਹ ਸੇਵਕ ਆਪਣੇ ਆਪ ਨੂੰ ਸੰਭਾਲ ਕੇ, ਬੜਾ ਔਖਾ ਹੁੰਦਾ ਸੰਦੇਸ਼ਾ ਦੇਣਾ, ਆਪਣੇ ਆਪ ਨੂੰ ਸੰਭਾਲ ਕੇ ਉਹ ਕਹਿਣ ਲੱਗਾ, ਪੁੱਤਰ ਆਪ ਕੋ ਬੜ ਗੁਣ ਰਾਸ। ਇਹ ਸ਼ਹਿਨਸ਼ਾਹ ਸਤਿਗੁਰੂ, ਆਪ ਜੀ ਦੇ ਵੱਡੇ ਪੁੱਤਰ ਜਿਨ੍ਹਾਂ ਵਿੱਚ ਬੜੇ ਗੁਣ ਹਨ, ਬੜੇ ਗੁਣ ਹਨ। ਉੱਚੇ ਥਲ ਪਰ ਕੁਸ਼ਾ ਡਸਾਈ। ਹਾਂਜੀ, ਪੌੜੇ ਪ੍ਰਾਨ ਨਹੀਂ ਵਿੱਚ ਪਾਈ। ਤੇ ਉੱਚੀ ਥਾਂ ਉੱਤੇ ਉਹਨਾਂ ਆਪਣਾ ਆਸਣ ਲਾ ਲਿਆ। ਅਸੀਂ ਉਹਨਾਂ ਦੇ ਕੋਲ ਜਾ ਕੇ ਵੇਖਿਆ, ਬਾਬਾ ਗੁਰਦਿੱਤਾ ਜੀ ਦੇ ਸਰੀਰ 'ਚ ਸਵਾਸ ਨੀਚੇ ਚੱਲ ਰਹੇ। ਇਹ ਨਹੀਂ ਦੱਸਿਆ ਵੀ ਉਹ ਸਰੀਰ ਛੱਡ ਕੇ, ਦੱਸਣ ਦਾ ਵੀ ਤਰੀਕਾ ਹੁੰਦਾ, ਗੁਰੂ ਸਾਹਿਬ ਨੂੰ ਦੱਸਣਾ ਹੈ। ਕਿਵੇਂ ਦੱਸਣਾ? ਬਾਬਾ ਜੀ ਦੇ ਸਰੀਰ 'ਚ ਪ੍ਰਾਣ ਨਹੀਂ ਚ ਹੈਗੇ, ਸਵਾਸ ਨਹੀਂ ਚੱਲ ਰਹੇ। ਹਾਂਜੀ, ਸੁਨ ਕਰ ਸਭ ਤੇ ਅੰਤਰ ਜਾਮੀ। ਗਰੀਬ ਨਵਾਜ ਅੰਤਰ ਜਾਮੀ, ਦਿਲਾਂ ਦੀਆਂ ਜਾਣਨ ਵਾਲੇ। ਜੇ ਸਾਈਂ ਬੁੱਢਣ ਸ਼ਾਹ ਬਾਬਾ ਗੁਰਦਿੱਤਾ ਜੀ ਨੂੰ ਪਹਿਲਾਂ ਆਉਣ ਵਾਲਾ ਸਮਾਂ ਸਾਰਾ ਹੀ ਦੱਸ ਸਕਦੇ ਤੇ ਗੁਰੂ ਸਾਹਿਬ ਤੇ ਫਿਰ ਮਾਲਕ ਨੇ। ਮਹਾਰਾਜ ਨੇ ਜਦੋਂ ਇਹ ਗੱਲ ਸੁਣੀ, ਉੱਠੇ ਤੁਰਤ ਸੇਵਕ ਅਨੁਗਾਮੀ। ਸ਼ਾਮ ਦਾ ਸਮਾਂ, ਤੁਰੰਤ ਹੀ ਮਹਾਰਾਜ ਉੱਠੇ ਜੀ ਉੱਥੇ ਜੀ। ਸੇਵਾਦਾਰ ਸੇਵਕ ਸਾਰੇ ਨਾਲ ਲਏ। ਚਲੋ ਕੌਣ ਥਲ ਤੇ, ਚਲੋ ਕੌਣ ਥਲ ਮੈਂ ਮ੍ਰਿਤ ਹੋਏ। ਤੇ ਉਸ ਸਿੱਖ ਨੂੰ ਅੱਗੇ ਲਾ ਕੇ ਕਹਿੰਦੇ, ਮਹਾਰਾਜ ਕਹਿੰਦੇ ਅੱਗੇ ਲੱਗ, ਸਾਨੂੰ ਦੱਸ ਉਹ ਕਿਹੜੀ ਥਾਂ ਹੈ। ਇਮ ਸਤਿਗੁਰ ਗਮਨੇ ਸਭ ਜੋਏ। ਇਸ ਤਰ੍ਹਾਂ ਕਹਿ ਕੇ ਸੱਚੇ ਪਾਤਸ਼ਾਹ ਚੱਲ ਗਏ, ਚੱਲ ਪਏ ਤੇ ਗੁਰੂ ਸਾਹਿਬ ਨਾਲ ਸਾਰੇ ਸਿੱਖ ਹੀ ਤੁਰ ਪਏ ਜੀ। ਅੰਤ ਹੈ ਪੁਰ ਗੁਰ ਕੇ ਸੁਧ ਗਈ। ਤੇ ਗੁਰੂ ਸਾਹਿਬ ਦੇ ਮਹਿਲਾਂ ਵਿੱਚ ਵੀ ਖਬਰ ਚਲੇ ਗਈ। ਤੇ ਮਹਿਲਾਂ 'ਚ ਕੌਣ ਹੈ? ਸਤਿਗੁਰੂ ਜੀ ਦੇ ਮਹਿਲ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ ਤੇ ਗੁਰੂ ਸਾਹਿਬ ਮਹਾਰਾਜ ਜੀ ਦੀਆਂ ਨੌਵਾਂ ਹਨ। ਹਾਂਜੀ, ਸੁਨਤ ਬਾਤ ਸਗਰੀ ਰੁਦਨਈ। ਇੱਕਦਮ ਬੈਰਾਗ ਛਿੜ ਗਿਆ ਸਾਰੇ ਘਰ 'ਚ, ਉਸੇ ਵੇਲੇ ਬੈਰਾਗ ਛਿੜ ਗਿਆ। 25 ਸਾਲ ਦੀ ਉਮਰ ਹੈ ਸਾਧ ਸੰਗਤ, ਜਵਾਨੀ ਦੀ ਉਮਰ ਹੈ ਬਾਬਾ ਗੁਰਦਿੱਤਾ ਸਾਹਿਬ ਜੀ ਦੀ। ਕੋਈ ਸੋਚ ਹੀ ਨਹੀਂ ਸੋਚਦੀ ਇਸ ਸਮੇਂ ਵੀ ਕੋਈ ਸਰੀਰ ਛੱਡ ਸਕਦਾ। ਹਾਂਜੀ,
ਪਰਿਓ ਰੌਰ ਕੀਰਤਪੁਰ ਮਾਹੀ। ਕਰਦਿਆਂ ਕਰਦਿਆਂ ਸਾਰੇ ਕੀਰਤਪੁਰ ਸਾਹਿਬ ਦੇ ਵਿੱਚ ਇਹ ਗੱਲ ਫੈਲ ਗਈ। ਸੁਨ ਸੁਨ ਸ਼ੋਕ ਵਧਿਓ ਲਗ ਨਾਹੀ। ਉਸੇ ਵੇਲੇ ਸਾਧ ਸੰਗਤ ਜੀ ਸ਼ੋਕ ਵਧਿਆ ਹੀ ਹੈ, ਫਿਰ ਘਟਿਆ ਨਹੀਂ ਹੈ। ਬੈਰਾਗ ਵੱਧ ਗਿਆ, ਸੰਗਤਾਂ ਬੈਰਾਗ ਕਰਨ ਲੱਗ ਪਈਆਂ, ਸਿੱਖ ਰੋਣ ਲੱਗ ਪਏ। ਵਿਧੀ ਚੰਦ ਆਦਿਕ ਨਰ ਬ੍ਰਿੰਦ। ਧੰਨ ਬਾਬਾ ਵਿਧੀ ਚੰਦ ਜੀ, ਹੋਰ ਜਿਹੜੇ ਗੁਰੂ ਸਾਹਿਬ ਦੇ ਮੁਖੀ ਸਿੱਖ ਸਨ, ਸੰਗ ਲਏ ਸ੍ਰੀ ਹਰਗੋਬਿੰਦ। ਉਹ ਮਾਲਕ ਸ਼ਹਿਨਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਉੱਪਰ ਪਹਾੜੀ ਤੇ ਗਏ। ਉਤਲਾਵਤ ਪਹੁੰਚੇ ਤੇ ਸਥਾਨ। ਮਹਾਰਾਜ ਨੇ ਫਿਰ ਕਦਮਾਂ ਦੀ ਗਤੀ ਨੂੰ ਤੇਜ਼ ਕੀਤਾ ਸੱਚੇ ਪਾਤਸ਼ਾਹ ਨੇ। ਤੇਜ਼ੀ ਦੇ ਨਾਲ ਸੱਚੇ ਪਾਤਸ਼ਾਹ ਉਸ ਪਾਸੇ ਜਾ ਰਹੇ ਹਨ। ਪਿਖਿਓ ਪੁੱਤਰ ਪੌੜਿਓ ਬਿਨ ਪ੍ਰਾਨ। ਤੇ ਫਿਰ ਜਦੋਂ ਉੱਥੇ ਪਹੁੰਚੇ ਤੇ ਸਤਿਗੁਰੂ ਕੀ ਵੇਖਦੇ ਆ, ਸੋਹਣਾ ਸਰੂਪ ਬਾਬਾ ਗੁਰਦਿੱਤਾ ਜੀ ਦਾ, ਤੇ ਸਰੀਰ ਤਿਆਗਿਆ ਹੋਇਆ ਤੇ ਕੱਲਾ ਸਰੀਰ ਹੀ ਪਿਆ ਹੈ। ਹਾਂਜੀ, ਨਰ ਅਪਰਨ ਸਮ ਸ਼ੋਕ ਉਪਾਇਓ। ਹਾਂਜੀ। ਕਹੋ ਨੰਦਨ ਕਿਮ ਕਹਾਂ ਸਿਧਾਇਓ। ਆਪ ਮਹਾਰਾਜ ਸਭ ਕੁਝ ਜਾਣਦੇ ਆ, ਪਰ ਮਹਾਰਾਜ ਫਿਰ ਉੱਥੇ ਬਚਨ ਕੀਤਾ, ਪੁੱਤਰ ਜੀ ਇਹ ਕੀ ਕੀਤਾ ਆਪ ਜੀ ਨੇ, ਇੰਨਾ ਵੱਡਾ ਭਾਣਾ ਮੰਨ ਲਿਆ। ਹਾਂਜੀ, ਸੁਭਟ ਸਿੱਖ ਹੈ ਸੰਗ ਜੇਤਿਕ। ਬਾਬਾ ਗੁਰਦਿੱਤਾ ਜੀ, ਵਾਹਿਗੁਰੂ ਬਾਬਾ ਵਿਧੀ ਚੰਦ ਜੀ ਤੇ ਹੋਰ ਸਿੱਖ ਸੂਰਮੇ ਜਿੰਨੇ ਵੀ ਨਾਲ ਹਨ, ਰੋਦਤ ਕਰਤ ਪੁਕਾਰ ਅਨੇਕ। ਤੇ ਬਸ ਫਿਰ ਰੋਕ ਨਹੀਂ ਸਕਿਆ ਕੋਈ ਵੀ ਆਪਣਾ ਬੈਰਾਗ, ਸਾਰੇ ਹੀ ਰੋਣ ਲੱਗ ਪਏ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਘਟਨਾ ਹੀ ਐਸੀ ਹੋ ਗਈ, ਖੇਡ ਹੀ ਇਹੋ ਜੀ ਵਰਤ ਗਈ। ਹਾਂਜੀ, ਤਰੁਨ ਬੈਸ ਮੈਂ ਕਾਲ ਨਾ ਕਾਲ। ਵੀ ਜਵਾਨੀ ਦੀ ਉਮਰ ਹੈ, ਕਿਸੇ ਨੇ ਫੁਰਨੇ ਵਿੱਚ ਵੀ ਨਹੀਂ ਸੀ ਸੋਚਿਆ ਵੀ ਬਾਬਾ ਜੀ ਨੇ ਜਵਾਨੀ 'ਚ ਸਰੀਰ ਛੱਡ ਦੇਣਾ ਹੈ। ਸੋਚਿਆ ਹੀ ਨਹੀਂ ਸੀ ਵੀ ਇਹ ਵੀ ਹੋ ਸਕਦਾ ਹੈ। ਸਾਧ ਸੰਗਤ ਜੀ, ਬਹੁਤ ਸਾਰੇ ਗੁਰਮੁਖ ਪਿਆਰੇ ਨਾ ਭੁਲੇਖਾ ਪਾ ਕੇ ਰੱਖਦੇ। ਉਹ ਕਹਿੰਦੇ ਕਈ ਪਿੱਛੇ ਜੇ ਇੱਕ ਮਹਾਂਪੁਰਖਾਂ ਨੇ ਸਰੀਰ ਤਿਆਗਿਆ, ਉਹਨਾਂ ਦੇ ਸੰਗੀਆਂ ਨੇ ਸਾਨੂੰ ਦੱਸਿਆ, ਕਹਿੰਦੇ ਉਹ ਇਹੋ ਹੀ ਗੱਲ ਕਹਿੰਦੇ ਹੁੰਦੇ ਸੀ, ਮੇਰੀ ਨਾ ਫਿਕਰ ਕਰਿਓ ਮੇਰੀ ਉਮਰ ਬੜੀ ਲੰਮੀ ਹੈ, ਮੇਰੀ ਨਾ ਫਿਕਰ ਕਰਿਓ ਮੇਰੀ ਉਮਰ ਬੜੀ ਲੰਮੀ ਹੈ। ਤੇ ਬੜੀ ਛੋਟੀ ਉਮਰੇ ਹੀ ਭਾਣਾ ਵਰਤਾ ਗਏ ਜੀ। ਬਾਬਾ ਵਿਧੀ ਚੰਦ ਜੀ ਹੋਣੀ ਸਾਰੇ ਸਿੱਖ ਇਸ ਗੱਲ ਤੋਂ ਬੈਰਾਗ ਕਰਦੇ ਵੀ ਇਹ ਤੇ ਉਮਰ ਹੀ ਨਹੀਂ ਸੀ। ਹਾਂਜੀ, ਰਾਵਰ ਕਹਾਂ ਗਏ ਕਰ ਖਿਆਲ। ਤੇ ਬਾਬਾ ਜੀ ਇਹ ਕੀ ਖਿਆਲ ਕਰਕੇ ਸਰੀਰ ਤਿਆਗ ਦਿੱਤਾ। ਸੁਨ ਕੀਰਤਪੁਰ ਕੇ ਨਰ ਨਾਰੀ। ਤੇ ਕੀਰਤਪੁਰ ਸਾਹਿਬ ਦੀਆਂ ਜਿੰਨੀਆਂ ਵੀ ਸੰਗਤਾਂ ਸਨ, ਧਾਏ ਪਹੁੰਚੇ ਕਾਜ ਬਿਸਾਰੀ। ਬਸ ਸਾਰਿਆਂ ਨੇ ਉੱਥੇ ਹੀ ਆਪਣੇ ਕੰਮ ਛੱਡ ਦਿੱਤੇ ਜੀ। ਕੰਮ ਭੁੱਲ ਗਏ, ਨੇਤਰਾਂ 'ਚ ਬੈਰਾਗ ਹੈ। ਸਾਰੀਆਂ ਸੰਗਤਾਂ ਉੱਪਰ ਪਹਾੜੀ ਨੂੰ ਭੱਜੀਆਂ ਜਾਂਦੀਆਂ ਨੇ। ਸਭ ਰੋਦਤ ਅਰ ਬੰਧਨ ਕਰੈ। ਸਾਰੀਆਂ ਸੰਗਤਾਂ ਬੈਰਾਗ ਕਰਨ ਦਈਆਂ, ਆ ਕੇ ਨਾਲੇ ਬੈਰਾਗ ਕਰਨ, ਨਾਲੇ ਬਾਬਾ ਗੁਰਦਿੱਤਾ ਜੀ ਦੇ ਛੱਡੇ ਹੋਏ ਸਰੀਰ ਨੂੰ ਮੱਥਾ ਟੇਕਣ ਜੀ। ਗੁਰ ਸਿਮਰਹਿ ਸ਼ੋਕ ਸੋਚਿਤ ਧਰੈ। ਮਹਾਰਾਜ ਜੀ ਨੂੰ ਯਾਦ ਕਰਦੇ ਗੁਰੂ ਹਰਗੋਬਿੰਦ ਸਾਹਿਬ ਲਾਗੇ ਬੈਠੇ ਐ, ਪਰ ਸੰਗਤਾਂ ਦਾ ਬੈਰਾਗ ਠੱਲਿਆ ਨਹੀਂ ਸੀ ਜਾਣਦਿਆ ਜੀ। ਹਾਂਜੀ, ਆਏ ਨਾਨਕੀ ਅਰਮਰ ਵਾਹੀ। ਫਿਰ ਮਾਵਾਂ ਆ ਗਈਆਂ ਜੀ। ਵੇਖੋ ਬਾਬਾ ਗੁਰਦਿੱਤਾ ਜੀ ਉਹ ਮਹਾਨ ਹਸਤੀ ਨੇ, ਪਿਆਰ ਕੀਤਾ। ਵਾਹਿਗੁਰੂ ਬਾਬਾ ਜੀ ਦਾ ਜਿਹੜਾ ਆਗਮਨ ਹੈ ਨਾ, ਉਹ ਮਾਤਾ ਦਮੋਦਰੀ ਜੀ ਦੇ ਗ੍ਰਹਿ ਵਿਖੇ ਹੋਇਆ, ਪਰ ਮਾਤਾ ਨਾਨਕੀ ਤੇ ਮਾਤਾ ਮਰਵਾਹੀ ਜੀ ਵੱਡੇ ਪੁੱਤਰਾਂ ਵਾਂਗੂ ਹੀ ਪਿਆਰ ਕੀਤਾ। ਕਦੀ ਇਹ ਨਹੀਂ ਭਾਵ ਰੱਖਿਆ ਵੀ ਇਹ ਮਾਤਾ ਦਮੋਦਰੀ ਦੇ ਪੁੱਤਰ ਹਨ। ਆਖਿਆ ਨਹੀਂ, ਸਾਡੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਹਨ। ਜਦੋਂ ਮਾਵਾਂ ਚੱਲ ਕੇ ਉੱਥੇ ਪਹੁੰਚੀਆਂ, ਮੁਖ ਕੋ ਦੇਖ ਦੇਖ ਬਿਲ ਲਾਹੀ। ਤੇ ਸ੍ਰੀ ਬਾਬਾ ਜੀ ਬਾਬਾ ਗੁਰਦਿੱਤਾ ਜੀ ਦਾ ਪਵਿੱਤਰ ਮੁਖੜਾ ਜਿਹੜਾ ਖਿੜਿਆ ਹੀ ਪਿਆ, ਲੱਗਦਾ ਹੀ ਨਹੀਂ ਹੈ ਵੀ ਸਰੀਰ ਛੱਡਿਆ। ਸਾਧ ਸੰਗਤ ਜੀ, ਬਾਬਾ ਜੀ ਦਾ ਮੁਖੜਾ ਵੇਖ ਵੇਖ ਕੇ ਨਾ ਹੋਰ ਬਿਰਲਾਪ ਕਰਦੇ, ਹੋਰ ਬੈਰਾਗ ਆਉਂਦਾ ਹੈ। ਆਹੋ ਪੁੱਤਰ ਜੋਧਾ ਸਭ ਲਾਇਕ। ਮਾਤਾ ਜੀ ਬਚਨ ਕਰਦੇ, ਸਾਡਾ ਪੁੱਤਰ ਜੋਧਾ ਹਰ ਤਰ੍ਹਾਂ ਨਾਲ ਲਾਇਕ ਹੈ। ਕਈ ਸਿੱਖ ਤਾਂ ਇਹ ਵੀ ਬਚਨ ਕਰਦੇ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਗੁਰਤਾ ਗੱਦੀ ਬਾਬਾ ਗੁਰਦਿੱਤਾ ਜੀ ਨੂੰ ਦੇਣੀ ਹੈ। ਇਹ ਵੀ ਬਚਨ ਹੁੰਦੇ ਸੀ। ਹਾਂਜੀ, ਗੁਰ ਸੁਤ ਜੇਸ਼ਟ ਗਨ ਸੁਖਦਾਇਕ। ਮਹਾਰਾਜ ਦਾ ਵੱਡਾ ਪੁੱਤਰ ਬਾਬਾ ਜੀ ਸਭ ਨੂੰ ਸੁੱਖ ਦਿੰਦੇ ਸੀ।
ਬਾਬਾ ਜੀ ਦਾ ਇਤਿਹਾਸ ਪੜ੍ਹੋ, ਕਦੀ ਬਾਬਾ ਗੁਰਦਿੱਤਾ ਜੀ ਨੇ ਕਿਸੇ ਦਾ ਦਿਲ ਨਹੀਂ ਸੀ ਦੁਖਾਇਆ ਜੀ। ਹਾਂਜੀ, ਬਦਨ ਪ੍ਰਸੰਨ ਸਦੀਵ ਬਿਲੋਕੈ। ਸਾਰੇ ਕਹਿੰਦੇ ਬਾਬਾ ਜੀ ਦਾ ਤੇ ਜਦੋਂ ਦਰਸ਼ਨ ਕਰੀਦੇ ਬਾਬਾ ਗੁਰਦਿੱਤਾ ਜੀ ਖਿੜੇ ਮੱਥੇ ਹੀ ਦਰਸ਼ਨ ਦਿੰਦੇ। ਹਰ ਸਮੇਂ ਬਾਬਾ ਜੀ ਦਾ ਚਿਹਰਾ ਖਿੜਿਆ ਹੀ ਰਹਿੰਦਾ ਸੀ, ਖੁਸ਼ ਹੀ ਰਹਿੰਦਾ ਸੀ। ਕਾਰਨ ਕਵਨ ਗਮਨ ਪਰਲੋਕੈ। ਕੀ ਕਾਰਨ ਹੈ ਵੀ ਇੱਕਦਮ ਹੀ ਬਾਬਾ ਜੀ ਪਰਲੋਕ ਚਲੇ ਗਏ? ਹੁਣ ਕਿਸੇ ਨੂੰ ਵਿਚਲੀ ਗੱਲ ਦਾ ਨਹੀਂ ਨਾ ਪਤਾ। ਹਾਂਜੀ, ਸ਼੍ਰੀ ਹਰਿ ਰਾਏ ਪਿਤਾ ਕੋ ਦੇਖ। ਆਖੋ ਵਾਹਿਗੁਰੂ। ਗੁਰੂ ਹਰਿ ਰਾਏ ਸਾਹਿਬ ਜੀ ਉਦੋਂ ਉਮਰ ਕਰਕੇ ਬਹੁਤ ਸਾਧ ਸੰਗਤ, ਸਤਿਗੁਰੂ ਦੀ ਉਮਰ ਛੋਟੀ ਹੈ। ਜਦੋਂ ਆਪਣੇ ਪਿਤਾ ਜੀ ਨੂੰ ਇਸ ਤਰ੍ਹਾਂ ਲੰਮੇ ਪਿਆ ਹੋਇਆ ਦੇਖਿਆ, ਸਰੀਰ ਤਿਆਗਿਆ ਹੋਇਆ ਦੇਖਿਆ, ਅਰ ਰੋਦਤ ਪਰਿਵਾਰ ਵਿਸ਼ੇਖ। ਫਿਰ ਵੇਖਿਆ ਵੀ ਸਾਰਾ ਪਰਿਵਾਰ ਹੀ ਬੈਰਾਗ ਕਰਨ ਦਿਆ। ਦਾਦੀਆਂ ਬੈਰਾਗ ਕਰ ਰਹੀਆਂ ਹਨ, ਬਾਬਾ ਸੂਰਜਮਲ ਜੀ ਹੋਣੀ ਬੈਰਾਗ ਕਰ ਰਹੇ ਹਨ। ਅਲਪ ਬੈਸ ਮੈਂ ਮੁਖ ਮੁਰਝਾਇਓ। ਛੋਟੀ ਉਮਰ ਗੁਰੂ ਹਰਿਰਾਏ ਸਾਹਿਬ ਜੀ ਦੀ ਤੇ ਮੁਖ ਮੁਰਝਾ ਗਿਆ ਉਹਨਾਂ ਦਾ ਜੀ। ਪਰਿਵਾਰ ਦਾ ਇਹ ਮਾਹੌਲ ਦੇਖ ਕੇ ਕਹੈ ਬਦਨ ਕੁਛ ਬਾਕ ਨਾ ਆਇਓ। ਤੇ ਸਾਧ ਸੰਗਤ ਜੀ ਉਹ ਮੁਖ ਵਿੱਚੋਂ ਕੁਝ ਕਹਿੰਦੇ ਸਨ, ਪਰ ਅਜੇ ਗੱਲ ਕਰਨੀ ਨਹੀਂ ਸੀ ਆਉਂਦੀ ਜੀ। ਇੰਨੀ ਛੋਟੀ ਉਮਰ ਸੀ ਗੁਰੂ ਹਰਿਰਾਏ ਸਾਹਿਬ ਜੀ ਦੀ। ਹਿਤ ਸੰਸਕਾਰਨ ਸੌਜ ਮੰਗਾਈ। ਚੰਦਨ ਭਾਰ ਲਿਆਏ ਸਮੁਦਾਈ। ਹਜੂਰ ਮਹਾਰਾਜ ਨੇ ਹੁਕਮ ਕੀਤਾ, ਭਾਈ ਅਸੀਂ ਸਰੀਰ ਨੂੰ ਜ਼ਿਆਦਾ ਸਮਾਂ ਨਹੀਂ ਰੱਖਣਾ, ਛੇਤੀ ਕਰੋ ਤੇ ਸਰੀਰ ਨੂੰ ਅਗਨ ਭੇਟ ਕਰਨ ਵਾਸਤੇ ਸਮਾਨ ਲੈ ਕੇ ਆਓ। ਗੁਰੂ ਕੇ ਸਿੱਖਾਂ ਨੇ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਕੀਤਾ। ਸ਼ਰੀ ਖਰੀ ਗੁਰ ਖਰੀ ਨਿਹਾਰੀ। ਤੇ ਮਹਾਰਾਜ ਕੀ ਵੇਖਦੇ ਆ ਕਿ ਬਾਬਾ ਜੀ ਨੇ, ਬਾਬਾ ਜੀ ਦੇ ਸਿਰ ਵਾਲੇ ਪਾਸੇ ਨਾ, ਸੀਸ ਵਾਲੇ ਪਾਸੇ ਉਹ ਨਿੰਮ ਦੀ ਛੜੀ ਜਿਹੜੀ ਸੀ ਉਹ ਗੱਡੀ ਹੋਈ ਸੀਗੀ। ਜਦੋਂ ਬਾਬਾ ਜੀ ਨੇ ਦੇਖੀ, ਰਹਿਣ ਦਿਓ ਇਹ ਤਰ ਹੋਏ ਭਾਰੀ। ਸਿੱਖ ਉਹਨੂੰ ਕੱਢਣ ਲੱਗੇ। ਗੁਰੂ ਹਰਗੋਬਿੰਦ ਸਾਹਿਬ ਗੰਭੀਰ ਬਚਨਾਂ ਚ ਬਚਨ ਕਰਦੇ ਗੰਭੀਰ ਹੋ ਕੇ। ਮਹਾਰਾਜ ਕਹਿੰਦੇ ਸਿੱਖੋ ਇਹ ਛੜੀ ਨਹੀਂ ਪੁੱਟਣੀ, ਕਹਿੰਦੇ ਨਿੰਮ ਦੀ ਛੜੀ ਸੀ। ਮਹਾਰਾਜ ਕਹਿੰਦੇ ਸਮਾਂ ਆਏਗਾ ਇਹ ਬਹੁਤ ਵੱਡਾ ਰੁੱਖ ਬਣ ਜਾਏਗਾ। ਸਤਿਗੁਰੂ ਜੀ ਦਾ ਉਹ ਬਚਨ ਅੱਜ ਵੀ ਪੂਰਾ ਹੈ। ਸਾਧ ਸੰਗਤ ਜੀ ਉਹ ਛੜੀ ਬੜਾ ਵੱਡਾ ਰੁੱਖ ਬਣਿਆ ਅੱਜ ਦੀ। ਹਾਂਜੀ, ਕਹਿ ਕਰ ਚੰਦਨ ਚਿਖ ਚਿਨਵਾਏ। ਮਹਾਰਾਜ ਨੇ ਬਚਨ ਕੀਤਾ ਤੇ ਕਹਿ ਕੇ ਛੇਤੀ ਨਾਲ ਚਿਖਾ ਚਿਣਵਾਈ। ਕਿਰਿਆ ਹੇਤ ਥਿਰ ਸ਼੍ਰੀ ਹਰਿ ਰਾਏ। ਵੱਡੇ ਪੁੱਤਰ ਤੇ ਧੀਰ ਮੱਲ ਜੀ ਸਨ ਤੇ ਉਹ ਤੇ ਕਰਤਾਰਪੁਰ ਸਾਹਿਬ ਰਹਿ ਗਏ। ਤੇ ਫਿਰ ਛੋਟੇ ਸਾਹਿਬਜ਼ਾਦੇ ਬਾਬਾ ਵਾਹਿਗੁਰੂ, ਛੋਟੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ। ਵੇਖੋ ਉਸ ਸਮੇਂ ਗੁਰੂ ਹਰਿਰਾਏ ਸਾਹਿਬ ਚੰਗੀ ਤਰ੍ਹਾਂ ਬਚਨ ਨਹੀਂ ਸੀ ਕਰਦੇ ਹੁੰਦੇ। ਆਮ ਅਵਸਥਾ ਵਿੱਚ ਜਿਵੇਂ ਬਾਲਕ ਛੋਟੇ ਹੁੰਦੇ ਆ, ਉਹ ਅਵਸਥਾ ਸੀ। ਸਿੱਖ ਕਹਿੰਦੇ ਆ ਮਹਾਰਾਜ ਅੰਤਮ ਕਿਰਿਆ ਕਿਹਨੇ ਕਰਨੀ ਹੈ? ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਅੰਤਮ ਕਿਰਿਆ ਹਰਿਰਾਏ ਸਾਹਿਬ ਜੀ ਕਰਨਗੇ। ਇੱਕ ਵਾਰੀ ਪਿਆਰ ਨਾਲ ਕਹਿ ਦਿਓ, ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਕਿੱਡੀ ਵੱਡੀ ਵੇਖੋ ਗੱਲ ਹੈ। ਗੁਰੂ ਸਾਹਿਬ ਛੋਟੀ ਉਮਰ ਵਿੱਚ ਆਪਣੇ ਪਿਤਾ ਜੀ ਦੇ ਸਰੀਰ ਨੂੰ ਅਗਨ ਭੇਟ ਕਰ ਰਹੇ ਆ। ਹਾਂਜੀ, ਦੇਖਤ ਕਹੈ ਇਸ਼ਨਾਨ ਕਰਵਾਏ। ਵੇਖਦਿਆਂ ਹੀ ਫਿਰ ਉੱਥੇ ਇਸ਼ਨਾਨ ਕਰਵਾਇਆ ਗਿਆ। ਨਏ ਵਸਤਰ ਤਨ ਮਹਿ ਪਹਿਰਾਵੇ। ਨਵਾਂ ਚੋਲਾ ਸ੍ਰੀ ਬਾਬਾ ਜੀ ਬਾਬਾ ਗੁਰਦਿੱਤਾ ਜੀ ਦੇ ਸਰੀਰ ਨੂੰ ਪਹਿਨਾਇਆ ਗਿਆ। ਬਾਹੁਰ ਚਿਖਾ ਪਰ ਦੇਹ ਧਰਾਈ। ਫਿਰ ਗੁਰਸਿੱਖਾਂ ਨੇ ਬੜੇ ਸਤਿਕਾਰ ਨਾਲ ਬਾਬਾ ਜੀ ਦੇ ਮਹਾਨ ਪਵਿੱਤਰ ਸਰੀਰ ਨੂੰ ਪਿਆਰਿਓ ਚਿਖਾ ਉੱਤੇ ਸਜਾਇਆ। ਪਾਵਕ ਸ਼੍ਰੀ ਹਰਿ ਰਾਏ ਲਗਾਈ। ਤੇ ਚਿਖਾ ਨੂੰ ਅਗਨੀ ਕਿਹਨੇ ਦਿਖਾਈ ਹੈ? ਗੁਰੂ ਹਰਿਰਾਏ ਸਾਹਿਬ ਜੀ ਨੇ ਦਿਖਾਈ ਹੈ। ਤੇ ਇਉਂ ਮਹਿਸੂਸ ਹੁੰਦਾ ਵੀ ਜਿਵੇਂ ਬਾਬਾ ਸੂਰਜਮਲ ਜੀ ਨੇ ਉਸ ਸਮੇਂ ਗੁਰੂ ਹਰਿਰਾਏ ਸਾਹਿਬ ਨੂੰ ਆਪਣੀ ਗੋਦ 'ਚ ਲਿਆ ਹੋਏਗਾ। ਤੇ ਮਹਾਰਾਜ ਨੇ ਉਸ ਸਮੇਂ ਇਹ ਕਿਰਿਆ ਕੀਤੀ ਜੀ। ਬਿਦ ਸਮੇਤ ਸੰਸਕਾਰਨ ਕੀਨੇ। ਮਰਿਆਦਾ ਸਹਿਤ ਜਪਜੀ ਸਾਹਿਬ ਦਾ ਪਾਠ ਕਰਕੇ ਸੋਹਿਲਾ ਜੀ ਦਾ ਪਾਠ ਕੀਤਾ ਗਿਆ। ਸਾਧ ਸੰਗਤ ਜੀ ਜੋ ਮਰਿਆਦਾ ਹੈ ਨਾ,
ਉਹਦੇ ਅਨੁਸਾਰ ਸਤਿਗੁਰੂ ਜੀ ਨੇ ਬਾਬਾ ਜੀ ਦੇ ਸਰੀਰ ਨੂੰ ਅਗਨ ਭੇਟ ਕਰਵਾਇਆ। ਸਭਨ ਬਿਲੋਚਨ ਜਲ ਭਰ ਲੀਨੇ। ਸਾਰੇ ਸਿੱਖਾਂ ਦੇ ਨੇਤਰਾਂ 'ਚ ਜਲ ਸੀ। ਬਾਬਾ ਸੂਰਜਮਲ ਜੀ ਦੇ ਨੇਤਰਾਂ 'ਚ ਬੈਰਾਗ ਹੈ। ਬਾਬਾ ਅਣੀ ਰਾਏ ਜੀ ਦੇ ਨੇਤਰਾਂ 'ਚ ਬੈਰਾਗ ਹੈ। ਉਹ ਵੀ ਵਿਚਾਰ ਕਰਦੇ ਹੋਣਗੇ ਅਸੀਂ 5 ਭਰਾ ਸਾਂ ਪਰ 3 ਹੀ ਰਹਿ ਗਏ ਹਨ ਜੀ। ਹਾਂਜੀ। ਕਰ ਕਰ ਬਹੁ ਕਰਾਹ ਕਰਵਾਇਓ। ਨਰ ਕੋ ਗਨ ਉਠਾਏ ਕਰ ਲਿਆਇਓ। ਕਹਿ ਕਰ ਬਹੁ ਕਰਵਾਹ ਕਰਾਇਓ। ਮਹਾਰਾਜ ਨੇ ਇੱਕ ਸਿੱਖ ਨੂੰ ਹੁਕਮ ਕੀਤਾ, ਭਾਈ ਖੁੱਲੀ ਗਿਣਤੀ ਵਿੱਚ ਕੜਾ ਪ੍ਰਸ਼ਾਦ ਬਣਾਓ ਕਹਿੰਦੇ। ਹਾਂਜੀ। ਸਭਿਨ ਬਾਪ ਕਾ ਕੀਨ ਇਸ਼ਨਾਨ। ਪੁੰਨ ਬੈਠੇ ਗੁਰ ਲੱਗਿਓ ਦੀਵਾਨ। ਗੁਰ ਸਿੱਖਾਂ ਨੇ ਫਿਰ ਕੁਝ ਸਿੱਖਾਂ ਨੇ ਨਾਲ ਲੱਗ ਕੇ ਉੱਥੇ ਹੀ ਵੱਡੀ ਗਿਣਤੀ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਕੜਾ ਪ੍ਰਸ਼ਾਦ ਤਿਆਰ ਕੀਤਾ। ਸਾਧ ਸੰਗਤ ਦੀ ਜਵਾਨ ਪੁੱਤ ਦੇ ਸਰੀਰ ਨੂੰ ਅਗਨ ਭੇਟ ਕੀਤਾ ਹੋਵੇ, ਸੰਸਕਾਰ ਕੀਤਾ ਹੋਵੇ, ਕੌਣ ਹੈ ਜਿਹੜਾ ਉੱਥੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਛਕਾਉਂਦਾ ਹੈ? ਉਹ ਸਤਿਗੁਰੂ ਹੀ ਛਕਾ ਸਕਦੇ, ਉਹ ਕੋਈ ਹੋਰ ਨਹੀਂ ਛਕਾ ਸਕਦਾ ਜੀ। ਪੰਚਾਮ੍ਰਿਤ ਸੋ ਦਇਓ ਵਰਤਾਏ। ਫਿਰ ਉੱਥੇ ਦੀਵਾਨ ਲਗਵਾਇਆ। ਮਹਾਰਾਜ ਕਹਿਣ ਲੱਗੇ, ਭਾਈ ਕੜਾ ਪ੍ਰਸ਼ਾਦ ਦੀ ਦੇਗ ਵਰਤਾ ਦਿਓ। ਖੁੱਲਾ ਕੜਾ ਪ੍ਰਸ਼ਾਦ ਵਰਤਾਇਆ ਗਿਆ। ਸਭ ਸੁਨਾਏ ਸ਼੍ਰੀ ਬਦਨ ਅਲਾਏ। ਜਦੋਂ ਦੇਗ ਵਰਤ ਰਹੀ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਆਪਣੇ ਮੁਖ ਤੋਂ ਬਚਨ ਕਰ ਰਹੇ ਹਨ। ਧਰਹਿ ਕਾਮਨਾ ਜੋ ਸਿੱਖ ਆਵੈ। ਮਹਾਰਾਜ ਕਹਿਣ ਲੱਗੇ, ਸੰਗਤ ਜੀ ਕੋਈ ਵੀ ਕਾਮਨਾ ਹੋਵੇ, ਕੋਈ ਵੀ ਮੰਗ ਹੋਵੇ, ਆਪਣੇ ਮਨ ਵਿੱਚ ਕੋਈ ਮੰਗ ਲੈ ਕੇ ਜੇ ਕੋਈ ਸਿੱਖ ਇੱਥੇ ਆਵੇਗਾ, ਕਰਹਿ ਤੇ ਹਾਵਲ ਇਤ ਅਰਪਾਵੈ। ਤੇ ਕੜਾ ਪ੍ਰਸ਼ਾਦ ਭੇਟ ਕਰੇਗਾ ਜਿਹੜਾ ਇੱਥੇ ਆ ਕੇ। ਹਾਂਜੀ। ਸ਼ਰਧਾ ਸਹਿਤ ਦਸ ਕੋ ਪਾਏ। ਤੇ ਸ਼ਰਧਾ ਦੇ ਨਾਲ ਇਸ ਅਸਥਾਨ ਦੇ ਦਰਸ਼ਨ ਕਰੇਗਾ। ਮਨ ਬਾਂਛਤ ਪੁਰਵਹਿ ਸਮੁਦਾਏ। ਮਹਾਰਾਜ ਕਹਿਣ ਲੱਗੇ, ਉਹਦੇ ਮਨ ਬਾਂਛਤ, ਉਹਦੀਆਂ ਜਿੰਨੀਆਂ ਵੀ ਇੱਛਾਵਾਂ ਹਨ ਸਾਰੀਆਂ ਪੂਰੀਆਂ ਹੋ ਜਾਣਗੀਆਂ ਜੀ। ਚੇਤਾ ਰੱਖਿਓ, ਕੋਈ ਵੀ ਸਿੱਖ ਜਾਵੇ, ਉਹ ਬਾਬਾ ਜੀ ਦੇ ਅਸਥਾਨ ਤੇ ਕੜਾ ਪ੍ਰਸ਼ਾਦ ਦੀ ਦੇਗ ਕਰਾਵੇ ਤੇ ਸ਼ਰਧਾ ਨਾਲ ਅਰਦਾਸ ਕਰਾਵੇ, ਉਹਦੀ ਅਰਦਾਸ ਪੂਰੀ ਹੁੰਦੀ ਹੈ। ਹਾਂਜੀ। ਨੀਮ ਤਰੋਵਰ ਹੋਏ ਬਿਲੰਦ। ਉਹ ਸੋਟੀ ਵੱਲ ਵੇਖ ਕੇ ਮਹਾਰਾਜ ਕਹਿਣ ਲੱਗੇ, ਸਮੇਂ ਨਾਲ ਇਹ ਨਿੰਮ ਦਾ ਰੁੱਖ ਬੜਾ ਵੱਡਾ ਹੋਏਗਾ। ਸਾਧ ਸੰਗਤ ਜੀ, ਅੱਜ ਵੀ ਉੱਥੇ ਨਿੰਮ ਦਾ ਰੁੱਖ ਹੈ। ਮਹਾਰਾਜ ਦਾ ਬਚਨ ਪੂਰਾ ਹੋਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਕੁਲ ਉਸੇ ਜਗ੍ਹਾ ਪ੍ਰਕਾਸ਼ ਹੈ ਜਿੱਥੇ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ ਸੀਗਾ। ਬਿਲਕੁਲ ਉਸੇ ਥਾਂ ਤੇ ਹੈ। ਹਾਂਜੀ। ਸ੍ਰੀ ਗੁਰ ਦਿੱਤੇ ਦਰਸ ਮਨਿੰਦ। ਮਹਾਰਾਜ ਕਹਿਣ ਲੱਗੇ, ਇਸ ਨਿੰਮ ਦੇ ਜਿਹੜਾ ਦਰਸ਼ਨ ਕਰੇਗਾ ਨਾ, ਉਹਨੂੰ ਬਾਬਾ ਗੁਰਦਿੱਤਾ ਜੀ ਦੇ ਦਰਸ਼ਨਾਂ ਦਾ ਫਲ ਮਿਲੇਗਾ। ਜਿਨੇ ਨਿੰਮ ਦੇ ਦਰਸ਼ਨ ਕਰ ਲਏ, ਸਮਝੋ ਉਹਨੇ ਬਾਬਾ ਗੁਰਦਿੱਤਾ ਜੀ ਦੇ ਹੀ ਦਰਸ਼ਨ ਕਰ ਲਏ। ਆਖੋ ਵਾਹਿਗੁਰੂ। ਵਾਹ। ਕਰਹਿ ਬੰਦਨਾ ਦੇਖਹਿ ਨੈਣ। ਇਹਨੂੰ ਨਿੰਮ ਨੂੰ ਨਮਸਕਾਰ ਕਰਕੇ ਆਪਣੇ ਨੇਤਰਾਂ ਨਾਲ ਜਿਹੜਾ ਦਰਸ਼ਨ ਕਰੇਗਾ, ਸਕਲ ਕਾਮਨਾ ਪ੍ਰਾਪਤ ਐਨ। ਉਹ ਜੋ ਮੁਖੋਂ ਕਹੇਗਾ ਉਹਦੀ ਗੱਲ ਪੂਰੀ ਹੋਵੇਗੀ। ਮੂੰਹ ਮੰਗੀ ਮੁਰਾਦ ਮਿਲੇਗੀ। ਨਿਤ ਪ੍ਰਤ ਇਹਾਂ ਤੇ ਹਾਵਲ ਆਏ। ਹਰ ਰੋਜ਼ ਇੱਥੇ ਕੜਾ ਪ੍ਰਸ਼ਾਦ ਆਇਆ ਕਰੇਗਾ। ਸਤਿਗੁਰੂ ਦੇ ਬਚਨ ਸਾਧ ਸੰਗਤ ਜੀ ਪੂਰੇ ਨੇ। ਹਰ ਰੋਜ਼ ਮਹਾਰਾਜ ਕਹਿੰਦੇ ਇੱਥੇ ਕੜਾ ਪ੍ਰਸ਼ਾਦ ਆਇਆ ਕਰੇਗਾ। ਤ੍ਰਿਪਤ ਹੈ ਸਿੱਖ ਸੰਗਤ ਸਭ ਖਾਏ। ਤੇ ਸੰਗਤਾਂ ਰੱਜ ਕੇ ਕੜਾ ਪ੍ਰਸ਼ਾਦ ਛਕਿਆ ਕਰਨਗੀਆਂ। ਦੇਸ਼ ਵਿਦੇਸ਼ੀ ਜੋ ਚੱਲ ਆਵੈ। ਵੇਖੋ ਮਹਾਰਾਜ ਨੇ ਉਦੋਂ ਹੀ ਬਚਨ ਕਰ ਦਿੱਤਾ। ਮਹਾਰਾਜ ਕਹਿੰਦੇ ਦੇਸ਼ ਤੋਂ ਵੀ ਸੰਗਤਾਂ ਆਉਣਗੀਆਂ, ਵਿਦੇਸ਼ਾਂ ਵਿੱਚੋਂ ਵੀ ਸਿੱਖ ਆਉਣਗੇ ਇੱਥੇ। ਇਸ ਥਲ ਤੇ ਸੋ ਤੇ ਹਾਵਲ ਖਾਵੈ। ਉਹ ਇਸ ਜਗ੍ਹਾ ਤੋਂ ਆ ਕੇ ਕੜਾ ਪ੍ਰਸ਼ਾਦ ਛਕਣਗੇ। ਪੁੰਨ ਸਥਾਨ ਮਹਾਨ ਬਣੈ ਹੈ। ਫਿਰ ਉਹਨਾਂ ਦਾ ਇਸ ਸਥਾਨ ਦੇ ਦਰਸ਼ਨ ਕਰਕੇ ਉਹਨਾਂ ਦੇ ਪੁੰਨ ਬਣਨਗੇ, ਬੜੇ ਵੱਡੇ ਪੁੰਨ ਬਣਨਗੇ। ਵੇਖੋ ਉਸ ਨਿੰਮ ਦੇ ਭਾਵਨਾ ਨਾਲ ਦਰਸ਼ਨ ਕਰ ਲਓ, ਸਮਝੋ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਹੋ ਗਏ ਜੀ। ਭਾਵਨਾ ਪਤਾ ਕੀ ਰੱਖਣੀ? ਇਹ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੈ। ਆਖੋ ਵਾਹਿਗੁਰੂ। ਕਿਸੇ ਬੰਦੇ ਦੀ ਤੇ ਗੱਲ ਹੀ ਨਹੀਂ ਹੈਗੀ ਇੱਥੇ, ਗੱਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ।
ਹਾਂਜੀ। ਦਰਸ਼ਨ ਤੇ ਕਲਮਲ ਬਿਨਸੈ ਹੈ। ਮਹਾਰਾਜ ਕਹਿੰਦੇ ਜਿਹੜਾ ਇੱਥੇ ਆ ਕੇ ਭਾਵਨਾ ਨਾਲ ਦਰਸ਼ਨ ਕਰੇਗਾ ਉਹਦੇ ਪੁੰਨ ਵਧਣਗੇ, ਉਹਦੇ ਪਾਪ ਵੀ ਦੂਰ ਹੋਣਗੇ। ਹਾਂਜੀ। ਸੇਵੇ ਔਰ ਨਿਰਮਲ ਬਨ ਜਾਏ। ਤੇ ਜਿਹੜਾ ਇਸ ਜਗ੍ਹਾ ਦੀ ਸੇਵਾ ਕਰੇਗਾ ਨਾ ਆ ਕੇ, ਉਹਦਾ ਹਿਰਦਾ ਨਿਰਮਲ ਹੋਏਗਾ। ਭਗਤ ਗਿਆਨ ਗੁਰ ਸਿੱਖੀ ਪਾਏ। ਭਗਤੀ ਦੀ ਦਾਤ ਮਿਲੇਗੀ, ਗਿਆਨ ਦੀ ਦਾਤ ਮਿਲੇਗੀ ਤੇ ਗੁਰਸਿੱਖੀ ਦੀ ਦਾਤ ਮਿਲੇਗੀ। ਜਿਹੜਾ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਜਾ ਕੇ ਸੇਵਾ ਕਰਦਾ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਬਰਖਾ ਮਹਾ ਅੰਧੇਰੀ ਜੋਏ। ਗੁਰੂ ਹਰਗੋਬਿੰਦ ਸਾਹਿਬ ਮਾਨੋ ਵਰਾਂ ਦੀਆਂ ਝੜੀਆਂ ਲਾ ਦਿੱਤੀਆਂ ਨੇ। ਮਹਾਰਾਜ ਕਹਿੰਦੇ ਭਾਵੇਂ ਮੀਂਹ ਪੈ ਰਿਹਾ ਹੋਵੇ, ਭਾਵੇਂ ਹਨੇਰੀ ਆ ਰਹੀ ਹੋਵੇ, ਤਉ ਤੇ ਹਾਵਲ ਸਥਲ ਹੋਏ। ਪਰ ਇੱਥੇ ਕੜਾ ਪ੍ਰਸ਼ਾਦ ਸਦਾ ਹੀ ਰਹੇਗਾ ਕਹਿੰਦੇ। ਹਾਂਜੀ। ਇਤਿਆਦਿਕ ਮਹਿਮਾ ਕਹਿਥਾਨ। ਇਸ ਤਰੀਕੇ ਨਾਲ ਬਚਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਉਠਤ ਭਏ ਸ੍ਰੀ ਗੁਰ ਭਗਵਾਨ। ਤੇ ਗਰੀਬ ਨਵਾਜ ਮਹਾਰਾਜ ਉੱਥੋਂ ਉੱਠ ਗਏ ਜੀ। ਹੇਠਾਂ ਪਰਿਵਾਰ ਵਿੱਚ ਜਿੱਥੇ ਗੁਰੂ ਕੇ ਮਹਿਲ ਨੇ, ਉਸ ਜਗ੍ਹਾ ਮਹਾਰਾਜ ਜੀ ਨੇ ਆਉਣਾ। ਜਦੋਂ ਪਿਛਲੀ ਵਾਰੀ ਇਸ ਪ੍ਰਸੰਗ ਦੀ ਕਥਾ ਹੋਈ ਸੀ, ਅੱਜ ਤੋਂ 7-8 ਸਾਲ ਪਹਿਲਾਂ, ਤੇ ਕਥਾ ਪੜ੍ਹ ਸੁਣ ਕੇ ਫੁਰਨਾ ਬਣਿਆ ਸੀ ਵੀ ਬਾਬਾ ਜੀ ਦੇ ਅਸਥਾਨ ਤੇ ਜ਼ਰੂਰ ਜਾਇਆ ਜਾਵੇ। ਤੇ ਸਾਡੇ ਸਰਦਾਰ ਭਾਈ ਮਹਿੰਦਰ ਸਿੰਘ ਜੀ ਆਸਟ੍ਰੇਲੀਆ ਬੈਠੇ ਆ। ਅਸੀਂ ਸਾਰੇ ਹੀ ਫਿਰ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਬਾਬਾ ਜੀ ਦੇ ਅਸਥਾਨ ਤੇ ਗਏ। ਖੁੱਲੀ ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਬਾਬਾ ਜੀ ਸਾਡੀ ਵੀ ਹਾਜ਼ਰੀ ਲਵਾ ਲਿਓ ਜੀ। ਸੰਗਤ ਜੀ ਜਦੋਂ ਜਾਓ ਆਨੰਦਪੁਰ ਸਾਹਿਬ, ਕੋਸ਼ਿਸ਼ ਕਰੋ, ਸਮਾਂ ਕੱਢੋ, ਬਾਬਾ ਜੀ ਦੇ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਕਰੋ। ਕਿੰਨੇ ਵਰ ਦਿੱਤੇ ਨੇ ਮਹਾਰਾਜ ਜੀ ਨੇ। ਤੇ ਜਦੋਂ ਉਸ ਸਥਾਨ ਤੇ ਤੁਸੀਂ ਜਾਓਗੇ, ਉੱਥੇ ਉੱਪਰ ਲਿਖਿਆ ਧੰਨ ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਇੱਕ ਵਾਰ ਸਾਰੀ ਸੰਗਤ ਬਾਬਾ ਜੀ ਦੇ ਪਿਆਰ ਵਿੱਚ ਕਹੋ ਧੰਨ ਧੰਨ ਬਾਬਾ ਗੁਰਦਿੱਤਾ ਜੀ, ਧੰਨ ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਟਿੱਕਾ ਜੀ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਦੀਨ ਦੁਨੀ ਦਾ ਟਿੱਕਾ, ਜਿਹੜਾ ਵੱਡਾ ਪੁੱਤਰ ਹੋਵੇ ਨਾ ਉਹਨੂੰ ਕਹਿੰਦੇ ਟਿੱਕੇ ਦਾ। ਤੇ ਦੀਨ ਤੇ ਦੁਨੀਆ ਦੋਵਾਂ ਥਾਵਾਂ ਦੇ ਟਿੱਕੇ ਮੰਨੇ ਗਏ ਜੀ, ਦੋਵਾਂ ਥਾਵਾਂ ਤੇ ਵੱਡੇ ਮੰਨੇ ਗਏ ਬਾਬਾ ਗੁਰਦਿੱਤਾ ਜੀ। ਤੇ ਜੋ ਕੋਈ ਮੰਗੇ ਉਹਦੀ ਮੁਰਾਦ ਪੂਰੀ ਕਰਦੇ ਬਾਬਾ ਗੁਰਦਿੱਤਾ ਸਾਹਿਬ ਜੀ। ਹਾਂਜੀ। ਅਸ਼ਟ ਘਾਟ 17 ਸੈ ਸੰਮਤ, ਅਸੂ ਮਾਸ ਵਦੀ 10ਵੀਂ ਥਿਤ। ਅਸੂ ਸੁਦੀ 10ਵੀਂ ਤਰੀਕ ਨੂੰ ਬਾਬਾ ਜੀ ਨੇ ਸਰੀਰ ਤਿਆਗਿਆ। ਭਾਈ ਸੰਤੋਖ ਸਿੰਘ ਜੀ ਸੰਮਤ 1692 ਦੱਸਦੇ ਆ, ਭਾਈ ਕਾਹਨ ਸਿੰਘ ਜੀ ਨਾਭਾ ਸੰਮਤ 1695 ਦੱਸਦੇ ਆ। ਉਸ ਅਨੁਸਾਰ ਬਾਬਾ ਜੀ ਦੀ ਜਿਹੜੀ ਉਮਰ ਹੈ ਉਹ 25 ਸਾਲ ਬਣਦੀ ਹੈ। ਹਾਂਜੀ। ਕਰ ਸਭ ਕਿਰਿਆ ਗੁਰੂ ਚੱਲ ਆਏ। ਸਾਰੀ ਕਿਰਿਆ ਕਰਕੇ ਗੁਰੂ ਜੀ ਵਾਪਸ ਕੀਰਤਪੁਰ ਸਾਹਿਬ ਆਏ। ਸ੍ਰੀ ਗੁਰਦਿੱਤਾ ਜੋਤ ਸਮਾਏ। ਤੇ ਬਾਬਾ ਗੁਰਦਿੱਤਾ ਸਾਹਿਬ ਜੀ ਜੋਤੀ ਜੋਤ ਸਮਾਏ ਜੀ। ਆਓ ਸਮਾਂ ਹੋ ਗਿਆ, ਇਹ ਪੰਕਤੀ ਪੜੋ, ਫਿਰ ਦਾਸ ਖਿਮਾ ਮੰਗੇ। ਸਭ ਸੰਗਤ ਗੱਜ ਕੇ ਕਹੋ ਜੀ, ਜੋਤੀ ਜੋਤ ਰਲੀ, 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 ਜੋਤੀ ਜੋਤ
ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਬਾਬਾ ਜੀ ਦੀ ਜੋਤ ਵਾਹਿਗੁਰੂ ਜੀ ਦੇ ਵਿੱਚ ਸਮਾ ਗਈ। ਪੂਰਨ ਪਰਮੇਸ਼ਰ ਜੀ ਦੇ ਰੂਪ ਹਨ ਬਾਬਾ ਗੁਰਦਿੱਤਾ ਸਾਹਿਬ ਜੀ। ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰਿਆਂ 'ਚ ਕੋਈ ਵੀ ਭੇਦ ਨਹੀਂ ਹੈ। ਹਰ ਜਨ ਦੋਏ ਇੱਕ ਹੈ, ਬਿਬ ਵਿਚਾਰ ਕਛ ਨਾ ਹੈ। ਬਿਬ ਨਾਮ ਦੋ ਦਾ ਹੈ, ਦੂਜੀ ਗੱਲ ਹੀ ਕੋਈ ਨਹੀਂ। 10ਵੇਂ ਪਾਤਸ਼ਾਹ ਕਹਿੰਦੇ ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਵਿਖੈ ਸਮਾ ਹੈ। ਜਿਵੇਂ ਪਾਣੀ ਦੇ ਵਿੱਚ ਤਰੰਗਾਂ ਪੈਦਾ ਹੁੰਦੀਆਂ ਤੇ ਕਿਸੇ ਦੇ ਘਰ ਵਿੱਚ ਨਹੀਂ ਵੜ ਜਾਂਦੀਆਂ, ਉਹ ਮੁੜ ਪਾਣੀ ਵਿੱਚ ਹੀ ਸਮਾਉਂਦੀਆਂ ਨੇ। ਪਰਮੇਸ਼ਰ ਦੇ ਪਿਆਰੇ ਮਾਨੋ ਤਰੰਗਾਂ ਹਨ, ਮੁੜ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਹਨ। ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਬਾਬਾ ਜੀ ਸਾਡੀ ਸਾਰਿਆਂ ਦੀ ਹਾਜ਼ਰੀ ਇੱਥੋਂ ਹੀ ਆਪਣੇ ਚਰਨਾਂ ਵਿੱਚ ਲਵਾਉਣ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।